ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਕਿਤਾਬ ਸਿੱਖ ਸਿਦਕ ਨਾ ਹਾਰੇ ਦਾ ਤੀਜਾ ਲੇਖ ਕੌਡੀ ਬਦਲੇ ਜਾਏ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਲਿਆਂ ਦਾ ਵਣਜਾਰਾ। ਲੱਕੜਾਂ ਤੋਂ ਕੋਲਾ ਬਣਾ ਕੇ ਵੇਚਣ ਵਾਲੇ ਲੋਕ ਆਮ ਤੌਰ 'ਤੇ ਜੰਗਲ ਵਿੱਚ ਰੁੱਖ ਕੱਟ ਕੇ ਉੱਥੇ ਹੀ ਕੋਲੇ ਦੀਆਂ ਭੱਠੀਆਂ ਬਣਾ ਕੇ ਕੋਲਾ ਤਿਆਰ ਕਰ ਲੈਂਦੇ ਹਨ। ਜਿਸ ਬੰਦੇ ਨੇ ਸਾਰਾ ਦਿਨ ਜੰਗਲ ਵਿੱਚ ਰਹਿ ਕੇ ਇਸ ਕੰਮ ਦੀ ਮਿਹਨਤ ਕਰਨੀ ਹੁੰਦੀ ਹੈ, ਉਹ ਘਰੋਂ ਸਵੇਰੇ ਰੋਟੀ ਪਕਾ ਕੇ ਪੱਲੇ ਬੰਨ੍ਹ ਲੈਂਦਾ ਹੈ। ਉੱਥੇ ਸਾਰਾ ਦਿਨ ਪੀਣ ਲਈ ਪਾਣੀ ਦਾ ਘੜਾ ਭਰ ਕੇ ਵੀ ਸਿਰ 'ਤੇ ਧਰ ਲੈਂਦਾ ਹੈ ਅਤੇ ਮੋਢੇ ਉੱਤੇ ਕੁਹਾੜਾ ਰੱਖ ਕੇ ਜੰਗਲ ਵੱਲ ਤੁਰ ਪੈਂਦਾ ਹੈ। ਉੱਥੇ ਸਾਰੀ ਦਿਹਾੜੀ ਆਪਣੀ ਲੋੜ ਅਨੁਸਾਰ ਮਨਮਰਜ਼ੀ ਦੇ ਰੁੱਖ ਵੱਢ ਕੇ ਢੇਰੀ ਲਾਈ ਜਾਂਦਾ ਹੈ। ਉਸ ਵੇਲੇ ਉਹ ਲੁਹਾਰ ਤਰਖਾਣ ਜੰਗਲ ਦਾ ਮਾਨੋ ਬਾਦਸ਼ਾਹ ਬਣਿਆ ਹੁੰਦਾ ਹੈ। ਜਿਸ ਰੁੱਖ ਨੂੰ ਚਾਹੇ ਵੱਢ ਲੈ, ਕੋਈ ਰੁੱਖ ਅੱਗੋਂ ਨਾਂਹ ਨੁੱਕਰ ਨਹੀਂ ਕਰ ਸਕਦਾ। ਪਰ ਜੰਗਲ ਦਾ ਇਹ ਬਾਦਸ਼ਾਹ ਸਾਰਾ ਦਿਨ ਕੋਲਿਆਂ ਦਾ ਵਣਜ ਹੀ ਕਰਦਾ ਰਹਿੰਦਾ ਹੈ। ਇਹ ਜਗਤ ਮਾਨੋ ਇੱਕ ਜੰਗਲ ਹੈ। ਮਨੁੱਖ ਇਸ ਜੰਗਲ ਦਾ ਸਰਦਾਰ ਹੈ। ਇਸ ਜੰਗਲ ਦੀ ਸਾਰੀ ਬਨਸਪਤੀ, ਸਾਰਾ ਧਨ ਪਦਾਰਥ, ਹੋਰ ਸਾਰੇ ਪਸ਼ੂ ਪੰਛੀ ਆਦਿਕ ਜੀਅ ਜੰਤ ਇਸ ਸਰਦਾਰ ਦੀ ਸੇਵਾ ਕਰਨ ਲਈ ਰਚੇ ਗਏ ਹਨ। ਪਰ ਜਿਵੇਂ ਜੰਗਲ ਦਾ ਮਾਲਕ ਬਣਿਆ ਹੋਇਆ ਲੁਹਾਰ ਸਾਰਾ ਦਿਨ ਰੁੱਖ ਵੱਢ ਕੇ ਕੋਲੇ ਹੀ ਬਣਾਈ ਜਾਂਦਾ ਹੈ, ਕੋਲਿਆਂ ਦਾ ਹੀ ਵਣਜ ਕਰਦਾ ਰਹਿੰਦਾ ਹੈ, ਤਿਵੇਂ ਧਰਤੀ ਦਾ ਇਹ ਸਰਦਾਰ ਮਨੁੱਖ ਸਾਰੀ ਉਮਰ ਉਹੀ ਕਰਤੂਤਾਂ ਕਰਦਾ ਰਹਿੰਦਾ ਹੈ ਜੋ ਇਸ ਨੂੰ ਮੁਕਾਲਖ ਹੀ ਦੀਵਾਨ ਵਿੱਚ ਸਹਾਈ ਹੁੰਦੀਆਂ ਹਨ। ਸਰਦਾਰ ਮਨੁੱਖ ਦੀ ਇਹ ਹਾਸੋਹੀਣੀ ਤਰਸਯੋਗ ਨੀਵੀਂ ਹਾਲਤ ਵੇਖ ਕੇ ਬਾਬਾ ਫਰੀਦ ਜੀ ਨੇ ਇਸ ਨੂੰ ਇਉਂ ਆਖਿਆ: ਕੰਧ ਕੁਹਾੜਾ ਸਿਰ ਘੜਾ ਵਣਕੈ ਸਰ ਲੁਹਾਰ, ਫਰੀਦਾ ਹਉ ਲੋੜੀ ਛਹਿ ਆਪਣਾ ਤੂੰ ਲੋੜੇ ਅੰਗਿਆਰ। ਭਾਵ, ਹੇ ਲੁਹਾਰ, ਤੇਰੇ ਮੋਢੇ ਉੱਤੇ ਕੁਹਾੜਾ ਹੈ, ਸਿਰ ਉੱਤੇ ਪਾਣੀ ਦਾ ਘੜਾ ਹੈ। ਜੰਗਲ ਵਿੱਚ ਤੂੰ ਬਾਦਸ਼ਾਹ ਬਣਿਆ ਹੋਇਆ, ਪਰ ਤੂੰ ਸਾਰਾ ਦਿਨ ਕੋਲੇ ਹੀ ਇਕੱਠੇ ਕਰਦਾ ਫਿਰਦਾ ਹੈ। ਸਰਦਾਰ ਮਨੁੱਖ ਬੰਦੀ ਖਾਨੇ ਦਾ ਕੈਦੀ। ਸਾਹਿਬ ਗੁਰੂ ਅਰਜਨ ਸਾਹਿਬ ਜੀ ਨੇ ਵੀ ਧਰਤੀ ਦੇ ਇਸ ਸਰਦਾਰ ਨੂੰ ਇਸ ਦੀ ਮੰਦੀ ਦਸ਼ਾ ਦਾ ਚੇਤਾ ਕਰਵਾਇਆ ਹੈ। ਪਸ਼ੂ ਪੰਛੀਆਂ ਨਾਲੋਂ ਸੋਹਣਾ ਸਰੀਰ, ਖਾਣ ਲਈ ਕਈ ਕਿਸਮਾਂ ਦੇ ਸੁਆਦਲੇ ਭੋਜਨ, ਪਹਿਨਣ ਲਈ ਸੁੰਦਰ ਕੱਪੜੇ, ਚੋਆ ਚੰਦਨ ਸੁਗੰਧੀਆਂ ਤੇ ਹੋਰ ਬੇਅੰਤ ਨਿਆਮਤਾਂ। ਪਰ ਇਸ ਸਰਦਾਰ ਦਾ ਦਿਲ ਫੋਲ ਕੇ ਵੇਖੋ, ਅੰਦਰ ਭਖਦੇ ਕੋਲਿਆਂ ਦਾ ਸੇਕ ਹੀ ਸੇਕ, ਕ੍ਰੋਧ ਨਾਲ ਤਪਿਆ ਹੋਇਆ, ਕਾਮ ਦਾ ਲੂਸਿਆ ਹੋਇਆ, ਲੋਭ ਨਾਲ ਹਲਕਿਆ ਹੋਇਆ, ਨਿੰਦਿਆ ਈਰਖਾ ਨਾਲ ਸੜਿਆ ਹੋਇਆ। ਜਿਉਂ-ਜਿਉਂ ਇਸ ਦੇ ਦਿਲ ਨੂੰ ਫੋਲੀ ਜਾਓ, ਵਿਕਾਰਾਂ ਦੀ ਕਾਲਖ ਹੀ ਕਾਲਖ ਨਿਕਲੇਗੀ। ਸਾਹਿਬ ਇਸ ਦੀ ਇਸ ਨਿੱਘਰੀ ਹੋਈ ਦਸ਼ਾ ਦਾ ਇਸ ਨੂੰ ਇਉਂ ਚੇਤਾ ਕਰਾਉਂਦੇ ਹਨ। ਆਸਾ ਮਹੱਲਾ ਪੰਜਵਾਂ, ਪੰਚਪਦੇ। ਪ੍ਰਥਮੇ ਤੇਰੀ ਨੀਕੀ ਜਾਤ, ਦੁਤੀਆ ਤੇਰੀ ਮਨੀਆ ਪਾਤ, ਤ੍ਰਿਤੀਆ ਤੇਰਾ ਸੁੰਦਰ ਥਾਨ, ਬਿਗੜ ਰੂਪ ਮਨ ਮਹਿ ਅਭਿਮਾਨ, ਸੋਹਣੀ ਸਰੂਪ ਸੁਜਾਨ ਵਿਚੱਖਣ, ਅਤ ਗਰਭੇ ਮੋਹ ਫਾਕੀ ਤੂੰ ਰਹਾ। ਅਤ ਸੂਚੀ ਤੇਰੀ ਪਾਕਸਾਲ, ਕਰ ਇਸ਼ਨਾਨ ਪੂਜਾ ਤਿਲਕ ਲਾਲ, ਗਲੀ ਗਰਭੈ ਮੁਖ ਗੋਵੈ ਗਿਆਨ, ਸਭ ਬਿਦ ਖੋਈ ਲੋਭ ਸੁਆਨ, ਕਾਪਰ ਪਹਿਰੇ ਭੋਗੈ ਭੋਗ, ਆਚਾਰ ਕਰੇ ਸ਼ੋਭਾ ਮੈਂ ਲੋਗ, ਚੋਵਾ ਚੰਦਨ ਸੁਗੰਧ ਬਿਸਥਾਰ, ਸੰਗੀ ਖੋਟਾ ਕ੍ਰੋਧ ਚੰਡਾਲ, ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਸੋਇਨਾ ਰੂਪਾ ਤੁਝ ਪੈ ਦਾਮ, ਸੀਲ ਬਿਗਾਰਿਓ ਤੇਰਾ ਕਾਮ। ਕਿਤਨੀ ਤਰਸ ਭਰੀ ਪ੍ਰੇਰਨਾ ਹੈ। ਦੁਖੀਆਂ ਦਾ ਦਰਦ ਵੰਡਣ ਆਏ ਸਤਿਗੁਰੂ ਪਾਤਸ਼ਾਹ ਦੇ ਦਿਲ ਦੀ ਡੂੰਘਾਈ ਵਿੱਚੋਂ ਨਿਕਲੀ ਪ੍ਰੇਰਨਾ ਹੈ। ਅਹੰਕਾਰ, ਮੋਹ, ਲੋਭ, ਕ੍ਰੋਧ, ਕਾਮ ਆਦਿਕ ਦੇ ਪੰਜੇ ਵਿੱਚ ਫਸੇ ਹੋਏ ਮਨੁੱਖ ਦਾ ਜੀਵਨ ਸਤਿਗੁਰ ਜੀ ਅਫਲ ਸਮਝਦੇ ਹਨ। ਭਾਵੇਂ ਉਸ ਪਾਸ ਬੇਅੰਤ ਧਨ ਹੋਵੇ, ਸੁੰਦਰ ਸਰੀਰ ਹੋਵੇ ਤੇ ਲੋਕਾਂ ਵਿੱਚ ਸ਼ੋਭਾ ਹਾਸਲ ਹੋਵੇ, ਅਜਿਹੇ ਬੰਦੇ ਨੂੰ ਸਤਿਗੁਰੂ ਜੀ ਵਿਕਾਰਾਂ ਦੇ ਬੰਦੀ ਖਾਨੇ ਦਾ ਕੈਦੀ ਆਖਦੇ ਹਨ। ਉਹਨਾਂ ਦੀਆਂ ਨਜ਼ਰਾਂ ਵਿੱਚ ਸਿਰਫ ਉਸ ਇਨਸਾਨ ਦਾ ਜਗਤ ਵਿੱਚ ਆਉਣਾ ਮੁਬਾਰਕ ਹੈ ਜੋ ਪ੍ਰਮਾਤਮਾ ਦੀ ਜ਼ਾਤ ਦੀ ਸਹਾਇਤਾ ਨਾਲ ਇਸ ਬੰਦੀ ਵਿੱਚੋਂ ਨਿਕਲ ਚੁੱਕਾ ਹੈ। ਜਾ ਕੋ ਦ੍ਰਿਸ਼ਟ ਮਇਆ ਹਰ ਰਾਏ, ਸਾ ਬੰਦੀ ਤੇ ਲਈ ਛਡਾਏ, ਸਾਧ ਸੰਗ ਮਿਲ ਹਾਰਸ ਪਾਇਆ, ਕਹੋ ਨਾਨਕ ਸਫਲ ਉਹ ਕਾਇਆ। ਮਨੁੱਖ ਧਨ ਦੌਲਤ ਨੂੰ ਹੀ ਜੀਵਨ ਦਾ ਅਸਲ ਨਿਸ਼ਾਨਾ ਬਣਾ ਲੈਂਦਾ ਹੈ।
ਪਹਿਲਾਂ ਭਾਵੇਂ ਜੀਵਨ ਨਿਰਬਾਹ ਲਈ ਰੋਜ਼ੀ ਕਮਾਉਣ ਤੋਂ ਸ਼ੁਰੂ ਕਰਦਾ ਹੈ, ਪਰ ਧਨ ਦੀ ਖਾਤਰ ਇਸ ਦੀ ਦਿਨ ਰਾਤ ਦੀ ਅਥੱਕ ਮਿਹਨਤ ਇਸ ਨੂੰ ਆਖਰ ਧਨ ਦੌਲਤ ਦਾ ਹੀ ਪੁਜਾਰੀ ਬਣਾ ਦਿੰਦੀ ਹੈ। ਧਨ ਹੀ ਇਸ ਜ਼ਿੰਦਗੀ ਦਾ ਸਹਾਰਾ ਬਣ ਜਾਂਦਾ ਹੈ। ਫਿਰ ਬਰਾਦਰੀ ਭਾਈਚਾਰੇ ਵਿੱਚ ਨੱਕ ਨਮੂਜ ਬਣਾਈ ਰੱਖਣਾ ਵੀ ਹਰੇਕ ਦੁਨੀਆਦਾਰ ਦੀ ਤਾਂਘ ਹੁੰਦੀ ਹੈ। ਜਿਉਂ-ਜਿਉਂ ਧਨ ਦੀ ਕਮਾਈ ਵੱਧਦੀ ਜਾਏ, ਇਹ ਯਤਨ ਵੀ ਵੱਧਦੇ ਜਾਂਦੇ ਹਨ ਕਿ ਲੋਕਾਂ ਵਿੱਚ ਨਾਮਣਾ ਹੋਵੇ ਤੇ ਵਧੇ। ਸਦਾਚਾਰ ਦੀ ਗਲਤ ਕਸਵੱਟੀ। ਧਨ ਅਤੇ ਸ਼ੋਭਾ ਦੇ ਪੁਜਾਰੀ ਮਨੁੱਖ ਦੇ ਸਦਾਚਾਰ ਦੀ ਕਸਵੱਟੀ ਵੀ ਅਨੋਖੀ ਕਿਸਮ ਦੀ ਹੁੰਦੀ ਹੈ। ਅਜਿਹੇ ਲੋਕ ਸਿਰਫ ਉਸ ਕਰਤੂਤ ਨੂੰ ਦੁਰਾਚਾਰ ਮੰਨਦੇ ਹਨ ਜਿਸ ਨੂੰ ਦੇਸ਼ ਦੇ ਕਾਨੂੰਨ ਨੇ ਜੁਰਮ ਦੱਸਿਆ ਹੈ ਅਤੇ ਜਿਸ ਨੂੰ ਸਮਾਜ ਭਾਈਚਾਰਾ ਆਪਣੀ ਨਿਯਮਾਵਲੀ ਅਨੁਸਾਰ ਮਾੜਾ ਆਖਦਾ ਹੈ। ਦੇਸ਼ ਦੇ ਕਾਨੂੰਨ ਦਾ ਉਲੰਘਣ ਨਾ ਕਰਨਾ, ਆਪਣੇ ਭਾਈਚਾਰੇ ਦੇ ਬਣਾਏ ਹੋਏ ਰਸਮ ਰਿਵਾਜ ਨੂੰ ਨਿਭਾਈ ਜਾਣਾ, ਬਸ ਇਹੀ ਇਹਨਾਂ ਲੋਕਾਂ ਦੇ ਸਦਾਚਾਰ ਦੀ ਕਸਵੱਟੀ ਹੁੰਦੀ ਹੈ। ਅੰਦਰ ਖਾਨੇ ਦੀਆਂ ਕਾਲੀਆਂ ਕਰਤੂਤਾਂ ਵੱਲੋਂ ਸੁਚੇਤ ਰਹਿਣਾ ਆਮ ਤੌਰ 'ਤੇ ਇਹ ਗੱਲ ਜ਼ਰੂਰੀ ਨਹੀਂ ਸਮਝੀ ਜਾਂਦੀ। ਸਿਰਫ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਿ ਉਹ ਕਰਤੂਤਾਂ ਦੁਨੀਆ ਵਿੱਚ ਨਸ਼ਰ ਨਾ ਹੋਣ। ਗੁਰੂ ਨਾਨਕ ਸਾਹਿਬ ਜੀ ਨੇ ਵੀ ਲੋਕਾਂ ਦੇ ਧਰਮ ਦੇ ਸਦਾਚਾਰ ਦੀ ਇਹੋ ਹਾਸੋਹੀਣੀ ਪਰ ਹਰਮਨ ਪਿਆਰੀ ਤਸਵੀਰ ਵੇਖੀ ਤੇ ਇਸ ਦਾ ਪਾਜ ਉਘੇੜਨਾ ਉਹਨਾਂ ਬੜਾ ਜ਼ਰੂਰੀ ਸਮਝਿਆ। ਧਾਰਮਿਕ ਆਗੂ ਅੰਦਰ ਲੋਕ ਕੇ ਤਾਂ ਕੁਕਰਮ ਕਮਾਉਂਦੇ ਹਨ, ਪਰ ਆਪਣੇ ਸੇਵਕਾਂ ਦੇ ਘਰੀ ਜਾ ਕੇ ਧਰਮ ਦੀ ਸਿੱਖਿਆ ਦਿੰਦੇ ਹਨ, ਧਰਮ ਦੀ ਰਹੁ ਰੀਤੀ ਦੱਸਦੇ ਹਨ। ਸਤੀ ਤੇ ਪਤਿਵ੍ਰਤਾ ਹੋਣ ਦੇ ਦਾਅਵੇ ਕੀਤੇ ਜਾ ਰਹੇ ਸਨ, ਪਰ ਘਰਾਂ ਵਿੱਚ ਨਿੱਤ ਪੁਆੜੇ ਤੇ ਝਗੜੇ, ਗਹਿਣੇ ਕੱਪੜੇ ਤੇ ਖੱਟੀ ਕਮਾਈ ਦੇ ਹੁੰਦੇ ਵੇਖੀਦੇ ਹਨ। ਪੰਡਤ ਲੋਕ ਉਂਝ ਤਾਂ ਸੇਵਕਾਂ ਨੂੰ ਵੇਦ ਸ਼ਾਸਤਰ ਸੁਣਾਉਂਦੇ ਸਨ, ਪਰ ਅਸਲ ਵਿੱਚ ਉਹਨਾਂ ਇਹ ਵੀ ਆਪੋ ਆਪਣੀ ਪੂਜਾ ਤੇ ਰੋਜ਼ੀ ਦਾ ਢੋਂਗ ਰਚਿਆ ਹੋਇਆ ਸੀ। ਦਿਲੋਂ ਕੋਈ ਵੀ ਉਸ ਦੱਸੇ ਰਾਹ ਉੱਤੇ ਤੁਰਨ ਦਾ ਉਦਮ ਨਹੀਂ ਸੀ ਕਰਦਾ। ਕਾਜੀ ਤਸਬੀਹ ਵੀ ਫੇਰਦਾ ਸੀ, ਖੁਦਾ ਵੀ ਆਖਦਾ ਸੀ, ਪਰ ਮੁਕੱਦਮਿਆਂ ਦਾ ਨਿਆਂ ਕਰਨ ਵੇਲੇ ਵੱਡੀ ਲੈ ਕੇ ਗਰੀਬ ਉੱਤੇ ਧੱਕਾ ਕਰ ਦਿੰਦਾ ਸੀ। ਤੇ ਜੇ ਕੋਈ ਕਾਜ਼ੀ ਦੀ ਇਸ ਕਰਤੂਤ ਉੱਤੇ ਇਤਰਾਜ਼ ਕਰਦਾ ਤਾਂ ਉਹ ਤੁਰਤ ਕੁਰਾਨ ਦੀ ਕੋਈ ਆਇਤ ਸੁਣਾ ਕੇ ਆਪਣਾ ਦਿੱਤਾ ਫੈਸਲਾ ਠੀਕ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਸੀ। ਹਿੰਦੂ ਅਹਿਲਕਾਰ ਆਪਣੇ ਮੁਗਲ ਹਾਕਮਾਂ ਨੂੰ ਖੁਸ਼ ਰੱਖਣ ਲਈ ਅੰਦਰੋਂ ਅੰਦਰ ਆਪਣੇ ਗਰੀਬ ਹਿੰਦੂ ਭਰਾਵਾਂ ਦੀਆਂ ਚੁਗਲੀਆਂ ਕਰਕੇ ਉਹਨਾਂ ਉੱਤੇ ਧੱਕਾ ਜ਼ੁਲਮ ਕਰਾਉਣ ਵਿੱਚ ਸਹਾਈ ਬਣਦਾ ਸੀ। ਪਰ ਚੌਂਕੇ ਪੋਚੇ ਆਦਿਕ ਦਾ ਰਸਮੀ ਧਰਮ ਕਮਾ ਕੇ ਉਹ ਆਪਣੀ ਬਰਾਦਰੀ ਵਿੱਚ ਸੁੱਚਾ ਹਿੰਦੂ ਸਮਝਿਆ ਜਾ ਰਿਹਾ ਸੀ। ਆਮ ਜਨਤਾ ਦੀ ਮੂਰਖਤਾ ਇੱਥੋਂ ਤੱਕ ਵਧੀ ਹੋਈ ਸੀ ਕਿ ਲੋਕ ਉਸ ਮਨੁੱਖ ਨੂੰ ਵੀ ਜੋਗੀ ਤੇ ਸਾਧ ਆਖਦੇ ਤੇ ਸਮਝਦੇ ਸਨ ਜਿਸ ਨੇ ਸਿਰਫ ਜਟਾਂ ਰੱਖੀਆਂ ਹੋਣ ਤੇ ਪਿੰਡੇ ਉੱਤੇ ਸੁਆਹ ਮਲੀ ਹੋਈ ਹੋਵੇ। ਉਂਝ ਭਾਵੇਂ ਵਿਆਹ ਕਰਵਾਇਆ ਹੋਵੇ ਤੇ ਅੱਗੇ ਪਿੱਛੇ ਆਪਣੇ ਨਿਆਣੇ ਵੀ ਲਈ ਫਿਰਦਾ ਹੋਵੇ। ਗੁਰੂ ਨਾਨਕ ਸਾਹਿਬ ਜੀ ਨੇ ਇਹ ਹਾਲਤ ਵੇਖ ਕੇ ਲੋਕਾਂ ਨੂੰ ਸਮਝਾਇਆ ਕਿ ਸਮਾਜ ਵਿੱਚ ਇਹ ਸਦਾਚਾਰ ਦੀ ਤਸਵੀਰ ਨਹੀਂ ਹੈ, ਇਹ ਤਾਂ ਕਲਯੁਗ ਹੈ, ਕਲਯੁਗ। ਆਪ ਨੇ ਫਰਮਾਇਆ, ਸਤੀ ਪਾਪ ਕਰ ਸਤ ਕਮਾਹੇ, ਗੁਰ ਦੀਖਿਆ ਕਰ ਦੇਵਣ ਜਾਹੇ। ਇਸਤਰੀ ਪੁਰਖੇ ਖਟਿਆ ਪਾਓ, ਭਾਵੇਂ ਆਵੋ ਭਾਵੇਂ ਜਾਓ। ਸਾਸਤ ਵੇਦ ਨ ਮਾਨੇ ਕੋਏ, ਆਪੋ ਆਪੇ ਪੂਜਾ ਹੋਏ। ਕਾਜੀ ਹੋਏ ਕੈ ਬਹੇ ਨਿਆਏ, ਫੇਰੇ ਤਸਬੀਹ ਕਰੇ ਖੁਦਾਏ। ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੇ ਤਾਂ ਪੜ੍ਹ ਸੁਣਾਏ। ਤੁਰਕ ਮੰਤਰ ਕੰਨ ਹਿਰਦੇ ਸਮਾਹੇ, ਲੋਕ ਮੁਹਾਵੇਂ ਚਾੜੀ ਖਾਹੇ। ਚੌਂਕਾ ਦੇ ਕੈ ਸੁੱਚਾ ਹੋਏ, ਐਸਾ ਹਿੰਦੂ ਵੇਖੋ ਕੋਏ। ਜੋਗੀ ਗਿਰੀ ਜਟਾ ਬਭੂਤ, ਆਗੇ ਪਾਛੇ ਰੋਵੇਂ ਪੂਤ। ਜੋਗ ਨ ਪਾਇਆ ਜੁਗਤ ਗਵਾਈ, ਕਿਤ ਕਾਰਨ ਸਿਰ ਸ਼ਾਹੀ ਪਾਈ। ਨਾਨਕ ਕਲ ਕਾ ਇਹ ਪ੍ਰਵਾਨ, ਆਪੇ ਆਖਣ ਆਪੇ ਜਾਣ। ਰਾਮਕਲੀ ਕੀ ਵਾਰ, ਮਹੱਲਾ ਪਹਿਲਾ, ਪੰਨਾ 951। ਦੋ ਵਿਰੋਧੀ ਹੁਲਾਰੇ। ਇਹ ਲੋਕ ਮਨ ਦੀਆਂ ਮਾਇਕ ਖੇਡਾਂ ਵੱਲੋਂ ਤਾਂ ਉੱਕਾ ਅਵੇਸਲੇ ਹੋ ਰਹੇ ਸਨ। ਸਿਰਫ ਸ਼ਰ੍ਹਾ ਤੇ ਕਰਮ ਕਾਂਡ ਨੂੰ ਹੀ, ਸਿਰਫ ਧਾਰਮਿਕ ਰਸਮਾਂ ਰੀਤਾਂ ਨੂੰ ਹੀ ਧਰਮ ਸਮਝ ਕੇ ਉਹਨਾਂ ਰਸਮਾਂ ਨੂੰ ਪੂਰੀਆਂ ਕਰਕੇ ਆਪਣੇ ਆਪ ਨੂੰ ਧਰਮੀ ਮਿਥ ਰਹੇ ਸਨ ਤੇ ਲੋਕਾਂ ਪਾਸੋਂ ਧਰਮੀ ਅਖਵਾ ਰਹੇ ਸਨ। ਪਰ ਦੀਨ ਅਤੇ ਦੁਨੀਆ ਦੋਹਾਂ ਲਈ ਇੱਕੋ ਵੇਲੇ ਲਗਨ ਨਹੀਂ ਬਣ ਸਕਦੀ। ਇਹ ਵੱਖੋ ਵੱਖਰੇ ਰਸਤੇ ਹਨ।
ਜਿਹੜਾ ਮਨ ਮਾਇਆ ਦੇ ਹੁਲਾਰੇ ਲੈ ਰਿਹਾ ਹੈ ਉਹ ਪਰਮਾਤਮਾ ਦੀ ਪ੍ਰੀਤ ਵਿੱਚ ਮਸਤ ਨਹੀਂ ਹੋ ਸਕਦਾ। ਜੋ ਬੰਦਾ ਧਨੀ ਬਣਨ ਦੀ ਖਾਤਰ ਦਿਨੇ ਰਾਤ ਠੱਗੀ ਫਰੇਬ ਕੂੜਕ ਸੱਤ ਤੋਂ ਸੰਕੋਚ ਨਹੀਂ ਕਰਦਾ, ਉਹ ਉਸੇ ਹੀ ਵੇਲੇ ਖਾਲਕ ਦੀ ਖਲਕਤ ਨਾਲ ਪਿਆਰ ਨਹੀਂ ਕਰ ਸਕਦਾ, ਦੁਖੀਆਂ ਦਾ ਦਰਦ ਵੰਡ ਨਹੀਂ ਸਕਦਾ। ਇਹ ਦੋਵੇਂ ਰਸਤੇ ਇੱਕ ਦੂਜੇ ਦੇ ਵਿਰੋਧੀ ਹਨ। ਜਿਸ ਮਨੁੱਖ ਨੇ ਜੀਵਨ ਦਾ ਸਹੀ ਰਸਤਾ ਮੱਲਣਾ ਹੈ ਉਸ ਨੇ ਆਪਣੇ ਅੰਦਰ ਪਰਮਾਤਮਾ ਦੀ ਜੋਤ ਵੇਖਣੀ ਹੈ। ਉਸ ਨੇ ਇਹੀ ਜੋਤ ਸਾਰੀ ਖਲਕਤ ਵਿੱਚ ਵੇਖਣੀ ਹੈ। ਉਸ ਨੇ ਸਦਾ ਆਪਣੇ ਮਨ ਨੂੰ ਇਉਂ ਚੇਤੇ ਕਰਾਂਦੇ ਰਹਿਣਾ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਮੂਲ ਪਛਾਣੇ ਤਾਂ ਛਹ ਜਾਣੇ, ਮਰਨ ਜੀਵਨ ਕੀ ਸੋਝੀ ਹੋਈ, ਗੁਰ ਪ੍ਰਸਾਦੀ ਏਕੋ ਜਾਣੇ, ਤਾਂ ਦੂਜਾ ਭਾਉ ਨਾ ਹੋਈ, ਮਨ ਸ਼ਾਂਤ ਆਈ ਵੱਜੀ ਵਧਾਈ, ਤਾਂ ਹੋਵਾ ਪਰਵਾਨ, ਇਉਂ ਕਹੇ ਨਾਨਕ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਸਾ ਸ਼ੰਤ ਮਹਲਾ ਤੀਜਾ। ਜਿਸ ਮਨੁੱਖ ਨੂੰ ਇਹ ਯਕੀਨ ਬਣ ਜਾਏ ਕਿ ਪ੍ਰਭੂ ਸਦਾ ਮੇਰੇ ਨਾਲ ਹੈ, ਉਹ ਅੰਦਰੋਂ ਹੋਰ ਤੇ ਬਾਹਰੋਂ ਹੋਰ ਨਹੀਂ ਹੋ ਸਕਦਾ। ਜਿਸ ਨੂੰ ਹਰੇਕ ਬੰਦੇ ਵਿੱਚ ਪ੍ਰਭੂ ਦੀ ਜੋਤ ਹੀ ਵਸਦੀ ਦਿਸਦੀ ਹੈ, ਉਹ ਧਨੀ ਬਣਨ ਦੀ ਖਾਤਰ ਠੱਗੀ ਫਰੇਬ ਕਰਕੇ ਲੋਕਾਂ ਦਾ ਲਹੂ ਨਹੀਂ ਪੀ ਸਕਦਾ। ਆਪਣੇ ਅੰਦਰ ਤੇ ਸਾਰੀ ਖਲਕਤ ਵਿੱਚ ਇੱਕ ਰੱਬੀ ਜੋਤ ਵਸਦੀ ਉੱਤੇ ਯਕੀਨ ਲਿਆਉਂਦਿਆਂ ਹੀ ਜੀਵਨ ਬਦਲ ਜਾਂਦਾ ਹੈ। ਪਰ ਜਿਸ ਮਨੁੱਖ ਦਾ ਨਿਸ਼ਾਨਾ ਹੈ ਕੇਵਲ ਧਨ ਦੌਲਤ ਇਕੱਠਾ ਕਰਨਾ, ਉਸ ਲਈ ਅਜਿਹਾ ਯਕੀਨ ਬਣਾਉਣਾ ਸਦਾ ਘਾਟੇ ਹੀ ਘਾਟੇ ਦਾ ਮੂਲ ਹੈ। ਸੋ ਕੂੜਕ ਸੱਤ ਦੀ ਕਮਾਈ ਕਾਇਮ ਰੱਖਣ ਲਈ ਅਜਿਹੇ ਲੋਕਾਂ ਨੇ ਧਰਮ ਦਾ ਸੰਬੰਧ ਮੌਜੂਦਾ ਜੀਵਨ ਨਾਲੋਂ ਹਟਾ ਕੇ ਸਿਰਫ ਅਗਾਂਹ ਆਉਣ ਵਾਲੀ ਦੁਨੀਆ ਨਾਲ ਜੋੜ ਦਿੱਤਾ। ਆਮ ਅਨਪੜ੍ਹ ਭੋਲੀ ਜਨਤਾ ਨੂੰ ਇਸ ਰਾਹ ਪਾ ਦਿੱਤਾ ਕਿ ਸ਼ਾਸਤਰਾਂ ਤੇ ਸ਼ਰ੍ਹਾ ਦੀਆਂ ਦਸੀਆਂ ਰਸਮਾਂ ਰੀਤਾਂ ਧਿਆਨ ਨਾਲ ਕੀਤਿਆਂ ਪਰਲੋਕ ਵਿੱਚ ਸੁਰਗ ਮਿਲੇਗਾ, ਬਹਿਸ਼ਤ ਮਿਲੇਗਾ। ਇਸ ਜਿੰਦ ਨੂੰ ਇੱਥੇ ਹੀ ਬਹਿਸ਼ਤ ਵਿੱਚ ਅਪੜਾਉਣਾ ਸੀ, ਰੱਬੀ ਦੇਸ਼ ਵਿੱਚ ਟਿਕਾਣਾ ਸੀ। ਪਰ ਇਸ ਤਰ੍ਹਾਂ ਕੀਤਿਆਂ ਧਨ ਦੀਆਂ ਮੌਜਾਂ ਹੱਥੋਂ ਜਾਂਦੀਆਂ ਸਨ। ਧਨ ਦੇ ਲੋਭੀ ਨੇ ਉਹ ਰਾਹ ਮੱਲ ਲਿਆ ਜੋ ਪਰਮਾਤਮਾ ਅਤੇ ਪਰਮਾਤਮਾ ਦੇ ਬੰਦਿਆਂ ਨਾਲੋਂ ਵਿੱਥ ਪਵਾਉਂਦਾ ਹੈ, ਜੋ ਆਤਮਿਕ ਮੌਤ ਲਿਆਉਂਦਾ ਹੈ। ਇਸ ਦੀ ਇਹ ਤਰਸਯੋਗ ਹਾਲਤ ਵੇਖ ਕੇ ਗੁਰੂ ਨਾਨਕ ਪਾਤਸ਼ਾਹ ਨੇ ਇਸ ਨੂੰ ਇਉਂ ਸਮਝਾਇਆ। ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਨਾਮ ਨਾ ਜਾਣਿਆ ਰਾਮ ਕਾ, ਮੁੜੇ ਫੇਰ ਪਾਛੇ ਪਛਤਾਹੇ ਰੇ। ਰਹਾਉ। ਅਨਤਾ ਧਨ ਧਰਣੀ ਧਰੇ, ਅਨੰਤ ਨਾ ਚਾਹਿਆ ਜਾਏ, ਅਨੰਤ ਕੋ ਚਾਹਣ ਜੋ ਗਏ, ਸੇ ਆਏ ਅਨੰਤ ਗਵਾਏ। ਗੌੜੀ ਮਹੱਲਾ ਪਹਿਲਾ। ਬਹੁਤਾ ਬਹੁਤਾ ਧਨ ਜੋੜਨ ਦੀ ਲਾਲਸਾ ਤੇ ਬੇਅੰਤ ਪਰਮਾਤਮਾ ਦੇ ਪਿਆਰ ਦੀ ਤਾਂਘ, ਇੱਕੋ ਸੀਨੇ ਵਿੱਚ ਇਹ ਦੋਵੇਂ ਵਿਰੋਧੀ ਹੁਲਾਰੇ ਇਕੱਠੇ ਨਹੀਂ ਹੋ ਸਕਦੇ। ਜਿਨ੍ਹਾਂ ਨੇ ਬੇਅੰਤ ਧਨ ਦੀ ਖਾਤਰ ਦੌੜ ਭੱਜ ਸ਼ੁਰੂ ਕਰ ਦਿੱਤੀ, ਉਹ ਬੇਅੰਤ ਪ੍ਰਭੂ ਨੂੰ ਵਿਸਾਰ ਬੈਠੇ ਹਨ ਤੇ ਇਸ ਤਰ੍ਹਾਂ ਇਹ ਬੜਾ ਕੀਮਤੀ ਜਨਮ ਕੌਡੀ ਬਦਲੇ ਚਲਾ ਜਾਂਦਾ ਹੈ। ਰੱਬ ਦੀ ਬਾਦਸ਼ਾਹਤ। ਸੁਰਗ ਤੇ ਬਹਿਸ਼ਤ ਦੇ ਚਾਹਵਾਨਾਂ ਨੇ ਇਉਂ ਮਿਥ ਲਿਆ ਹੈ ਕਿ ਇਹ ਸਰੀਰਕ ਚੋਲਾ ਤਿਆਗਣ ਤੋਂ ਪਿੱਛੋਂ ਅਸੀਂ ਕਿਸੇ ਐਸੇ ਥਾਂ ਤੇ ਅੱਪੜ ਜਾਵਾਂਗੇ ਜਿੱਥੇ ਕਲਪਰੋਖ ਤੋਂ ਹਰੇਕ ਮਨ ਮੰਗੀ ਚੀਜ਼ ਮਿਲ ਜਾਇਆ ਕਰੇਗੀ, ਜਿੱਥੇ ਸੁੰਦਰ ਨਹਿਰਾਂ ਹੋਣਗੀਆਂ, ਜਿੱਥੇ ਦੁਨੀਆ ਵਾਲੇ ਸਾਰੇ ਰੰਗ ਤਮਾਸ਼ੇ ਮਿਲਣਗੇ। ਇਸ ਸੁਰਗ ਬਹਿਸ਼ਤ ਵਿੱਚ ਅੱਪੜਨ ਲਈ ਸ਼ਰ੍ਹਾ ਬਣ ਗਈ। ਕਰਮ ਕਾਂਡ ਦੀਆਂ ਰੀਤਾਂ ਰਸਮਾਂ ਤਿਆਰ ਹੋ ਗਈਆਂ। ਰੋਜ਼ੇ, ਕੁਰਬਾਨੀ, ਜਨੇਊ, ਸ਼ਰਾਧ, ਵਰਤ, ਤੀਰਥ ਇਸ਼ਨਾਨ ਆਦਿਕ ਧਾਰਮਿਕ ਲੀਹਾਂ ਉੱਤੇ ਤੁਰਨਾ ਉਸ ਸੁਰਗ ਬਹਿਸ਼ਤ ਲਈ ਸਿੱਧਾ ਰਾਹ ਮਿਥ ਲਿਆ ਗਿਆ। ਇਸ ਸ਼ਰ੍ਹਾ, ਇਸ ਕਰਮ ਕਾਂਡ ਤੋਂ ਢਿੱਲ ਕਰਨ ਵਾਲੇ ਇਨਕਾਰੀ ਹੋਣ ਵਾਲਿਆਂ ਲਈ ਹੌਲ ਖੜੇ ਕੀਤੇ ਗਏ ਕਿ ਅਗਾਂਹ ਨਰਕ ਦੋਜ਼ਕ ਦੀ ਅੱਗ ਵਿੱਚ ਸੜਨਾ ਪਏਗਾ। ਮੋਏ ਮਾਂ ਪਿਓ ਆਦਿਕ ਸੰਬੰਧੀਆਂ ਲਈ ਸਾਲ ਦੇ ਸਾਲ ਅੱਸੂ ਦੇ ਮਹੀਨੇ ਬ੍ਰਾਹਮਣਾਂ ਦੀ ਰਾਹੀਂ ਖੀਰ ਆਦਿਕ ਭੋਜਨ ਅਪਣਾਉਣੇ ਅਤਿ ਜ਼ਰੂਰੀ ਮਿੱਥੇ ਗਏ, ਨਹੀਂ ਤਾਂ ਉਹਨਾਂ ਪਿੱਤਰਾਂ ਦੇ ਊਂ ਨਰਕ ਵਿੱਚ ਪੈਣ ਦਾ ਖਤਰਾ ਬਣ ਜਾਂਦਾ ਹੈ। ਸੰਸਕ੍ਰਿਤ ਲਫ਼ਜ਼ ਪੁੱਤਰ ਦਾ ਅਰਥ ਹੀ ਇਹ ਹੈ ਕਿ ਉਹ ਜੋ ਸ਼ਰਾਧ ਕਰਕੇ ਆਪਣੇ ਪਿੱਤਰਾਂ ਨੂੰ ਪੂ ਨਰਕ ਤੋਂ ਬਚਾਉਂਦਾ ਹੈ। ਪੂ ਨਾਮ ਨਰਕਾਤ ਤਰਾਸਤੇ ਇਤ ਪੁੱਤਰ। ਸੋ ਜੇ ਕੋਈ ਰਾਹਬਰ ਇਹ ਸਿੱਖਿਆ ਦੇ ਬੈਠਾ
कि अपनी रूह ਨੂੰ ਬਹਿਸ਼ਤ ਵਿੱਚ ਅਪਣਾਉਣ ਦਾ ਯਤਨ ਕਰੋ, ਖੁਦਾ ਦੀ ਬਾਦਸ਼ਾਹਤ ਵਿੱਚ ਅਪਣਨ ਦੀ ਕੋਸ਼ਿਸ਼ ਕਰੋ, ਤਾਂ ਇਸ ਸਿੱਖਿਆ ਨੇ ਵੀ ਸਵਾਰਥੀ ਲੋਕਾਂ ਲਈ ਭੋਲੀ ਜਨਤਾ ਨੂੰ ਲੁੱਟਣ ਤੇ ਕੁਰਾਹੇ ਪਾਉਣ ਦਾ ਵਸੀਲਾ ਬਣਾ ਦਿੱਤਾ। ਬਹਿਸ਼ਤ ਦੇ ਲਾਲਚ ਤੇ ਨਰਕ ਦੇ ਸਹਿਮ ਨੇ ਹਫੜਾ ਤਫੜੀ ਪਾ ਦਿੱਤੀ। ਮਨੁੱਖ ਜਿਵੇਂ ਇੱਥੇ ਧਰਤੀ ਉੱਤੇ ਮੱਲਾਂ ਮੱਲਣ ਲਈ ਹੀ ਦੌੜ ਭੱਜ ਕਰਦਾ ਰਹਿੰਦਾ ਹੈ, ਸੁਰਗ ਬਹਿਸ਼ਤ ਵੀ ਕੋਈ ਅਜਿਹੀ ਹੀ ਜਾਂ ਇਸ ਤੋਂ ਵਧੇਕ ਸੋਹਣੀ ਧਰਤੀ ਮਿਥ ਲਈ ਗਈ, ਜਿੱਥੇ ਚੰਗੀ ਤੇ ਖੁੱਲ੍ਹੀ ਥਾਂ ਹੁਣ ਤੋਂ ਹੀ ਮੱਲਣੀ ਜ਼ਰੂਰੀ ਹੈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਮਨੁੱਖ ਆਪਣੇ ਵੱਲੋਂ ਧਰਮ ਉੱਤੇ ਤੁਰਦਾ ਹੋਇਆ ਵੀ ਸਵਾਰਥ ਦਾ ਪੁਤਲਾ ਹੀ ਬਣਿਆ ਰਿਹਾ ਹੈ। ਜਿਨ੍ਹਾਂ ਮਹਾਂਪੁਰਖਾਂ ਨੇ ਮੁਕਤੀ, ਬੈਕੁੰਠ, ਸੁਰਗ, ਬਹਿਸ਼ਤ, ਰੱਬ ਦੀ ਬਾਦਸ਼ਾਹਤ, ਸੱਚਖੰਡ ਆਦਿਕ ਲਫ਼ਜ਼ ਵਰਤੇ ਹਨ, ਉਹਨਾਂ ਦਾ ਭਾਵ ਉਹਨਾਂ ਗੁਣਾਂ ਤੋਂ ਸੀ, ਉਸ ਅੰਦਰਲੀ ਸ਼ਾਂਤੀ ਤੇ ਅਡੋਲਤਾ ਤੋਂ ਸੀ ਜੋ ਕਿਸੇ ਸੁਭਾਗੇ ਮਨੁੱਖ ਵਿੱਚ, ਸਮਾਜ ਵਿੱਚ, ਕੌਮ ਵਿੱਚ, ਦੇਸ਼ ਵਿੱਚ ਪਰਮਾਤਮਾ ਵਾਲਾ ਆਚਰਣ ਤੇ ਸੁਭਾਅ ਪੈਦਾ ਕਰ ਸਕੇ। ਉਹ ਮਹਾਂਪੁਰਖ ਮੁਕਤੀ ਤੇ ਸੱਚਖੰਡ ਉਸ ਆਤਮਿਕ ਅਵਸਥਾ ਨੂੰ ਆਖਦੇ ਸਨ ਜਿੱਥੇ ਅੱਪੜ ਕੇ ਕੋਈ ਮਨੁੱਖ ਕੋਈ ਵਿਕਾਰ ਕਰਨ ਜੋਗਾ ਨਹੀਂ ਰਹਿੰਦਾ, ਜਿੱਥੇ ਇਸ ਦਾ ਸਵਾਰਥੀ ਸੁਭਾਅ ਮਿਟ ਜਾਂਦਾ ਹੈ, ਜਿੱਥੇ ਇਹ ਮੱਲਾਂ ਮੱਲਣੀਆਂ ਛੱਡ ਦਿੰਦਾ ਹੈ। ਰੱਬ ਦੀ ਬਾਦਸ਼ਾਹਤ ਵਿੱਚ ਵਸਣ ਦਾ ਭਾਵ ਇਹ ਹੈ ਕਿ ਮਨੁੱਖ ਦੇ ਹਿਰਦੇ ਵਿੱਚ ਰੱਬੀ ਗੁਣ ਆ ਵਸਣ। ਪਵਿੱਤਰਤਾ, ਸੱਚਾਈ, ਨਿਮਰਤਾ, ਧੀਰਜ, ਮਿੱਠ ਬੋਲੜਾ, ਖੁੱਲ੍ਹ ਦਿਲੀ, ਪਿਆਰ, ਦਇਆ, ਖਿਮਾ, ਜਿਰਾਂਦ, ਤਰਸ, ਕੋਮਲਤਾ ਆਦਿਕ ਨਾਲ ਭਰਪੂਰ ਜੀਵਨ ਬਣ ਜਾਏ। ਮਨੁੱਖ ਦੀ ਪਰਸਪਰ ਇਨਸਾਫ ਤੇ ਸੱਚਾਈ ਦੀ ਵਰਤੋਂ ਹੋਵੇ। ਪਰਮਾਤਮਾ ਵਿੱਚ ਸਿਦਕ ਭਰੋਸਾ ਬੱਝਾ ਰਹੇ। ਮੁੱਕਦੀ ਗੱਲ, ਉਸ ਹਿਰਦੇ ਵਿੱਚ ਸੁਰਗ ਬਹਿਸ਼ਤ ਦੇ ਦਰਵਾਜ਼ੇ ਖੁੱਲ੍ਹ ਗਏ ਜਾਣੋ, ਜਿਸ ਵਿੱਚ ਰੱਬੀ ਦਇਆ ਦਾ ਰਾਜ ਹੈ, ਜਿੱਥੇ ਕਿਸੇ ਨਾਲ ਈਰਖਾ ਨਹੀਂ, ਸਾੜਾ ਨਹੀਂ, ਨਫ਼ਰਤ ਨਹੀਂ, ਵਿਰੋਧ ਨਹੀਂ, ਜਿੱਥੇ ਲੋਭ ਨਹੀਂ, ਲਾਲਚ ਨਹੀਂ, ਜਿੱਥੇ ਪੰਜੇ ਬਲੀ ਬੰਨ੍ਹ ਕੇ ਵਸ ਵਿੱਚ ਕਰ ਲਏ ਗਏ ਹਨ। ਬਸ ਉੱਥੇ ਮੁਕਤੀ ਹੈ, ਉੱਥੇ ਰੱਬੀ ਰਾਜ ਹੈ, ਉੱਥੇ ਸੱਚਖੰਡ ਹੈ, ਉੱਥੇ ਪਰਮਾਤਮਾ ਆਪ ਹੀ ਆਪ ਹੈ, ਉੱਥੇ ਚਿੰਤਾ ਨਹੀਂ, ਫਿਕਰ ਨਹੀਂ, ਉੱਥੇ ਵਿਕਾਰਾਂ ਭਰੀ ਆਤਮਿਕ ਮੌਤ ਨਹੀਂ। ਸਾਹਿਬ ਗੁਰੂ ਅਰਜਨ ਸਾਹਿਬ ਜੀ ਉਸ ਹਾਲਤ ਨੂੰ ਇਉਂ ਬਿਆਨ ਕਰਦੇ ਹਨ: ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਈਨ ਵਿੱਚ ਦਈ ਖੜੋਵਾ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਆ, ਦਿਨ ਰੈਣ ਨਾਮ ਤੇ ਆਇਂਦਾ, ਫਿਰ ਪਾਏ ਨਾ ਮੁਆ, ਜਿਸ ਤੇ ਉਪਜਿਆ ਨਾਨਕਾ, ਸੋਈ ਫਿਰ ਹੋਵਾ। ਬਸੰਤ ਕੀ ਵਾਰ। ਦੁਨੀਆਦਾਰ ਲਈ ਘਾਟੇ ਵਾਲਾ ਰਸਤਾ, ਪਰ ਪਰਮਾਤਮਾ ਦੀ ਜੋਤ ਆਪਣੇ ਅੰਦਰ ਵੇਖ ਲੈਣੀ, ਆਪਣੇ ਆਪ ਨੂੰ ਜੋਤ ਸਰੂਪ ਮੰਨਣਾ, ਆਪਣੇ ਆਪ ਨੂੰ ਪ੍ਰਭੂ ਨਾਲ ਇੱਕ ਰੂਪ ਕਰ ਲੈਣਾ ਸੰਸਾਰਕ ਦ੍ਰਿਸ਼ਟੀਕੋਣ ਤੋਂ ਲਾਹੇਵੰਦੀ ਗੱਲ ਨਹੀਂ ਹੈ। ਇਹ ਤਾਂ ਸਗੋਂ ਘਾਟਾ ਹੀ ਘਾਟੇ ਦਾ ਮੂਲ ਹੈ। ਸੰਸਾਰ ਦਾ ਆਦਰਸ਼ ਧਨ ਜੋੜਨਾ ਹੈ, ਜਾਇਦਾਦ ਬਣਾਉਣੀ ਹੈ। ਦੁਨੀਆ ਵਿੱਚ ਉਹੀ ਮਨੁੱਖ ਕਾਮਯਾਬ ਆਖਿਆ ਜਾਂਦਾ ਹੈ ਜੋ ਆਪਣੇ ਪਿਓ ਦਾਦੇ ਨਾਲੋਂ ਵਧੇਕ ਜਾਇਦਾਦ ਬਣਾ ਜਾਏ, ਤੇ ਜਾਇਦਾਦ ਪਾਪਾਂ ਬਾਝੋਂ ਹੋਵੇ ਨਹੀਂ। ਜਿਸ ਨੂੰ ਜੋਤ ਸਰੂਪ ਹੋਣ ਦੀ ਸੂਝ ਆ ਗਈ, ਉਹ ਪਾਪ ਕਿਵੇਂ ਕਰੇ? ਉਹ ਧਨ ਸੰਪੇ ਦੀ ਖਾਤਰ ਸਚਾਈ, ਨਿਆਂ, ਤਰਸ ਦਾ ਖੂਨ ਕਿਵੇਂ ਕਰੇ? ਤਰਸ, ਨਿਆਂ ਆਦਿਕ ਗੁਣ ਸਵਾਰਥੀ ਜੀਵਨ ਦੇ ਸਭ ਤੋਂ ਵੱਡੇ ਵੈਰੀ ਹਨ। ਦੋਹਾਂ ਦਾ ਰਾਹ ਵੱਖੋ ਵੱਖਰਾ ਹੈ। ਜੇ ਤੁਸੀਂ ਨਿਮਰਤਾ, ਸੱਚ, ਇਮਾਨਦਾਰੀ, ਦਇਆ, ਪਿਆਰ ਦੇ ਗਾਹਕ ਹੋ, ਜੇ ਤੁਸੀਂ ਗਰੀਬਾਂ ਕਮਜ਼ੋਰਾਂ ਉੱਤੇ ਹੁੰਦੇ ਧੱਕੇ ਦੇ ਵਿਰੁੱਧ ਆਵਾਜ਼ ਉਠਾਉਣ ਦੀ ਦਲੇਰੀ ਕਰਨੀ ਹੈ, ਤਾਂ ਇਹ ਪਾਸਾ ਤੁਹਾਨੂੰ ਪੈਸਾ ਕਮਾਉਣ ਲਈ ਉਹ ਢੰਗ ਤਰੀਕੇ ਵਰਤਣ ਦੀ ਆਗਿਆ ਨਹੀਂ ਦੇਵੇਗਾ ਜੋ ਸਵਾਰਥੀ ਦੁਨੀਆ ਵਰਤ ਰਹੀ ਹੈ। ਤਾਂ ਫਿਰ ਦੁਨੀਆ ਵਾਲੇ ਘਾਟੇ ਸਹਾਰਨ ਲਈ ਸਦਾ ਤਿਆਰ ਰਹੋ। ਹਰੇਕ ਨਿੱਕਾ ਵੱਡਾ ਕੰਮ ਕਰਨ ਵੇਲੇ ਇਹਨਾਂ ਦੋਹਾਂ ਵਿੱਚੋਂ ਇੱਕ ਪਾਸਾ ਚੁਣਨਾ ਪਿਆ ਕਰੇਗਾ। ਜੀਵਨ ਸੰਗਰਾਮ ਵਿੱਚ ਪੈਰ ਧਰਦਿਆਂ ਹੀ ਇਹ ਫੈਸਲਾ ਪਹਿਲਾਂ ਹੀ ਕਰਨਾ ਪਏਗਾ ਕਿ ਦੁਨੀਆ ਕਮਾਣੀ ਹੈ ਜਾਂ ਆਤਮ ਧਨ ਇਕੱਠਾ ਕਰਨਾ ਹੈ। ਉਮਰ ਦੀਆਂ ਘੜੀਆਂ ਦਿਨੋਂ ਦਿਨ ਘਟਦੀਆਂ ਜਾਂਦੀਆਂ ਹਨ। ਜਿਉਂ-ਜਿਉਂ ਸਵਾਸਾਂ ਦੀ ਪੂੰਜੀ ਥੋੜ੍ਹੀ ਹੁੰਦੀ ਜਾਂਦੀ ਹੈ, ਤਿਉਂ-ਤਿਉਂ ਦੁਨੀਆ ਅਤੇ ਦੀਨ ਵਿੱਚੋਂ ਚੋਣ ਕਰਨ ਦੀ ਹਿੰਮਤ ਘਟਦੀ ਜਾਵੇਗੀ, ਕਿਉਂਕਿ ਜਿਨ੍ਹਾਂ ਲੀਹਾਂ ਉੱਤੇ ਤੁਰਦੇ ਜਾ ਰਹੇ ਹਾਂ ਉਹ ਸੁਭਾਅ ਪੱਕਾ ਹੁੰਦਾ ਜਾਂਦਾ ਹੈ। ਉਸ ਪੱਕੇ ਹੋਏ ਸੁਭਾਅ ਨੂੰ ਛੱਡਣਾ
ਸੌਖੀ ਖੇਡ ਨਹੀਂ ਹੋਵੇਗੀ। ਗੁਰੂ ਨਾਨਕ ਪਾਤਸ਼ਾਹ ਦੇ ਨਾਮ ਲੇਵਾ ਸਿੱਖਾਂ ਨੂੰ ਹਦਾਇਤ ਹੈ ਕਿ ਹਰ ਰੋਜ਼ ਸਵੇਰੇ ਉੱਠ ਕੇ ਜਪਜੀ ਦਾ ਪਾਠ ਕਰਨ। ਉਸ ਬਾਣੀ ਦੇ ਸ਼ੁਰੂ ਵਿੱਚ ਹੀ ਸੱਚ ਅਤੇ ਕੂੜ ਨੂੰ ਨਖੇੜਨ ਦੀ ਵਿਚਾਰ ਸ਼ੁਰੂ ਹੋ ਜਾਂਦੀ ਹੈ। ਜੇ ਮਨੁੱਖ ਦੇ ਹਿਰਦੇ ਵਿੱਚ ਕੂੜ ਮਾਇਆ ਦੀ ਲਾਲਸਾ ਹੈ ਤਾਂ ਸੱਚ ਵੱਲੋਂ ਆਤਮਿਕ ਜੀਵਨ ਵੱਲੋਂ ਕੰਧ ਵੱਜੀ ਪਈ ਹੈ। ਪਰਮਾਤਮਾ ਨਾਲੋਂ ਵਿੱਥ ਬਣੀ ਹੋਈ ਹੈ। ਦਾਨ ਕੀਤਿਆਂ, ਤੀਰਥ ਇਸ਼ਨਾਨ ਕੀਤਿਆਂ, ਪ੍ਰਾਣਾਯਾਮ ਦੀ ਸਹਾਇਤਾ ਨਾਲ ਲੰਬੀ ਉਮਰ ਵਧਾਇਆਂ ਇਹ ਵਿੱਥ ਦੂਰ ਨਹੀਂ ਹੋ ਸਕਦੀ। ਇਹ ਕੰਧ ਢਹਿ ਨਹੀਂ ਸਕਦੀ। ਜੋਗ ਮਤ ਦੇ ਖਿੰਥਾ, ਮੁੰਦਰਾਂ, ਝੋਲੀ ਆਦਿਕ ਵੀ ਜੀਵ ਦੀ ਪ੍ਰਭੂ ਨਾਲੋਂ ਬਣੀ ਹੋਈ ਇਹ ਵਿੱਥ ਮਿਟਾਉਣ ਜੋਗੇ ਨਹੀਂ ਹਨ। ਇਸੇ ਵਿੱਥ ਦਾ ਦੂਜਾ ਨਾਮ ਹੈ ਆਤਮਿਕ ਮੌਤ। ਸਾਹਿਬ ਗੁਰੂ ਅਮਰਦਾਸ ਜੀ ਫਰਮਾਇਨ ਕਰਦੇ ਹਨ, ਸਤਿਗੁਰ ਕੀ ਸੇਵ ਨਾ ਕੀਨੀਆਂ, ਹਰ ਨਾਮ ਨਾ ਲੱਗੋ ਪਿਆਰ। ਮਤ ਤੁਮ ਜਾਣੋ ਉਹ ਜੀਮ ਦੇ, ਉਹ ਆਪ ਮਾਰੇ ਕਰਤਾਰ। ਹਉਮੈ ਵੱਡਾ ਰੋਗ ਹੈ, ਭਾਏ ਦੂਜੇ ਕਰਮ ਕਮਾਏ। ਨਾਨਕ ਮਨਮੁਖ ਜੀਮਦਿਆਂ ਮੋਏ, ਹਰ ਵਿਸਰਿਆਂ ਦੁੱਖ ਪਾਏ। ਵਡਹੰਸ ਕੀ ਵਾਰ। ਦਿਸੇ ਖਰਾ ਡਰਾਵਣਾ। ਜਿਹੜੇ ਸੁਭਾਗੇ ਬੰਦੇ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪ੍ਰਭੂ ਦੀ ਯਾਦ ਦੀ ਬਰਕਤ ਨਾਲ ਆਪਣੇ ਅੰਦਰ ਵਸਦੀ ਰੱਬੀ ਜੋਤ ਨੂੰ ਪਛਾਣ ਲੈਂਦੇ ਹਨ, ਉਹ ਇਸ ਆਤਮਿਕ ਮੌਤ ਤੋਂ ਬਚ ਜਾਂਦੇ ਹਨ। ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਦੁਨੀਆ ਦੇ ਧਨ ਸੰਪੇ ਦੀ ਖਾਤਰ ਜੇ ਰੱਬੀ ਪਿਆਰ ਵਾਲਾ ਸਾਂਝ ਵਾਲਾ ਜੀਵਨ ਗਵਾ ਲਿਆ, ਜੇ ਧਨ ਦੀ ਢੂੰਡ ਭਾਲ ਵਿੱਚ ਖਚਤ ਹੋ ਕੇ ਆਪਣਾ ਆਪ ਹੀ ਗਵਾਚ ਗਿਆ ਤਾਂ ਖੱਟਿਆ ਅਸਲ ਵਿੱਚ ਕੁਝ ਵੀ ਨਾ। ਜਦੋਂ ਦੁਨੀਆ ਦੀਆਂ ਕਰੜੀਆਂ ਅਜਮਾਇਸ਼ਾਂ ਆ ਕੇ ਘੇਰਦੀਆਂ ਹਨ, ਜਦੋਂ ਅਤ ਪਿਆਰੇ ਜੀਵਨ ਸਾਥੀਆਂ ਦੇ ਵਿਛੋੜੇ ਦੀ ਸੱਟ ਆ ਵੱਜਦੀ ਹੈ, ਜਦੋਂ ਕਈ ਤਰ੍ਹਾਂ ਦੇ ਚਿੰਤਾ ਫਿਕਰ ਆਦਿ ਬਣਦੇ ਹਨ ਤੇ ਅਖੀਰ ਤੇ ਜਦੋਂ ਰੋਗਾਂ ਦਾ ਸ਼ਿਕਾਰ ਹੋਣ ਪਿੱਛੋਂ ਮੌਤ ਆ ਮੂੰਹ ਵਿਖਾਉਂਦੀ ਹੈ, ਤਦੋਂ ਅੰਦਰੋਂ ਕੋਈ ਆਤਮਿਕ ਗੁਣ ਢਾਰਸ ਦੇਣ ਜੋਗੇ ਨਹੀਂ ਹੁੰਦੇ। ਆਤਮਿਕ ਗੁਣ ਉਸ ਵੇਲੇ ਆਉਣ ਵੀ ਕਿੱਥੋਂ? ਉਹਨਾਂ ਦੇ ਪੱਲਰਨ ਲਈ ਉਹਨਾਂ ਦੀ ਖੁਰਾਕ ਸੀ ਪਰਮਾਤਮਾ ਦੀ ਯਾਦ। ਹੁਣ ਖੁਰਾਕ ਉਹਨਾਂ ਨੂੰ ਕਦੇ ਅਪੜਾਈ ਨਾ। ਮਾਇਆ ਦੀ ਦੌੜ ਭੱਜ ਵਿੱਚ ਹੀ ਰੁੱਝੇ ਰਹਿਣ ਕਰਕੇ ਉਹਨਾਂ ਦੀ ਖੁਰਾਕ ਦਾ ਕਦੇ ਚੇਤਾ ਨਾ ਆਇਆ ਤੇ ਉਹ ਭੁੱਖੇ ਮਰਦੇ ਮਰਦੇ ਆਖਰ ਮਰ ਹੀ ਚੁੱਕੇ ਹੁੰਦੇ ਹਨ। ਦੁਨੀਆ ਦੀ ਦੌਲਤ, ਜਗਤ ਦੀ ਸ਼ੋਭਾ, ਵਿਸ਼ੇ ਵਿਕਾਰਾਂ ਦੇ ਪਿੱਛੇ ਸਾਡਾ ਝੱਲ ਪੁਣਾ, ਇਹਨਾਂ ਵਿੱਚੋਂ ਕੋਈ ਵੀ ਸਹਾਰਾ ਨਹੀਂ ਦੇ ਸਕਦਾ। ਮਨੁੱਖ ਦੀ ਇਸ ਤਰਸਯੋਗ ਹਾਲਤ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਇਉਂ ਕਰਦੇ ਹਨ, ਬਹੁਤ ਧਨਾੜ ਆਚਾਰਵੰਤ, ਸ਼ੋਭਾ ਨਿਰਮਲ ਰੀਤ, ਮਾਤ ਪਿਤਾ ਸੁਤ ਭਾਈਆਂ, ਸਾਜਨ ਸੰਗ ਪ੍ਰੀਤ, ਲਸ਼ਕਰ ਤਰਕ ਸੰਬੰਧ ਬੰਦ, ਜਿਉ ਜਿਉ ਸਗਲੀ ਕੀਤ, ਚਿਤ ਨ ਆਇਓ ਪਾਰ ਬ੍ਰਹਮ, ਤਾਂ ਖੜ ਰਸਾਤਲ ਦੀਤ। ਰਾਜ ਮਿਲਕ ਸਿਕਦਾਰੀਆਂ, ਰਸ ਭੋਗਣ ਵਿਸਥਾਰ, ਬਾਗ ਸੁਹਾਵੇ ਸੋਹਣੇ, ਚੱਲੇ ਹੁਕਮ ਅਫਾਰ। ਰੰਗ ਤਮਾਸ਼ੇ ਬਹੁ ਵਿਧੀ, ਚਾਹੇ ਲੱਗ ਰਿਹਾ, ਚਿਤ ਨ ਆਇਓ ਪਾਰ ਬ੍ਰਹਮ, ਤਾਂ ਸਰਪ ਕੀ ਜੂਨ ਗਿਆ। ਸ੍ਰੀ ਰਾਗ। ਜੁਆਰੀਏ ਵਾਂਗ ਸਾਰੀ ਉਮਰ ਮਾਇਆ ਜੋੜਨ ਦਾ ਜੂਆ ਹੀ ਖੇਡਿਆ। ਮਾਇਆ ਤਾਂ ਇੱਥੇ ਦੀ ਇੱਥੇ ਹੀ ਧਰੀ ਰਹਿ ਗਈ। ਜਿੰਦ ਲਈ ਸਾਥੀ ਉਹ ਮੰਦ ਕਰਮਾਂ ਦੇ ਸੰਸਕਾਰ ਸਹੇੜ ਲਏ, ਜਿਨ੍ਹਾਂ ਕਰਕੇ ਆਪਣਾ ਆਪ ਹੀ ਡਰਾਉਣ ਲੱਗ ਪਿਆ। ਨੰਗਾ ਦੋਜ਼ਖ ਚਾਲਿਆ ਤਾਂ ਦਿਸੇ ਖਰਾ ਡਰਾਵਣਾ। ਮਹਲਾ ਪਹਿਲਾ। ਵਟਾਂਦਰਾ ਹੀ। ਜੀਵਨ ਨੂੰ ਇਸ ਦ੍ਰਿਸ਼ਟੀਕੋਣ ਤੋਂ ਸ਼ਾਇਦ ਹਰੇਕ ਮਨੁੱਖ ਜਾਚਣ ਦੀ ਖੇਚਲ ਨਾ ਕਰੇ। ਇੱਕ ਹੋਰ ਨੁੱਕਰੋਂ ਵੇਖੀਏ ਜਿੱਥੋਂ ਅਣਜਾਣ ਤੋਂ ਅਣਜਾਣ ਬੰਦਾ ਵੀ ਵੇਖ ਸਕਦਾ ਹੈ। ਆਪਣੇ ਆਪ ਨੂੰ ਅਸੀਂ ਇਹ ਪੁੱਛੀਏ ਕਿ ਹੁਣ ਤੱਕ ਜਿਉ ਕੇ ਅਸਾਂ ਮਨੁੱਖ ਜਾਤੀ ਦਾ ਕੀ ਸਵਾਰਿਆ। ਜੇ ਅਸਾਂ ਆਪਣੇ ਵਾਸਤੇ ਸਾਰੀ ਧਰਤੀ ਵੀ ਮੱਲ ਲਈ ਹੈ ਤਾਂ ਹੋਰ ਮਨੁੱਖਾਂ ਨੂੰ ਸਾਥੋਂ ਕੀ ਲਾਭ ਹੋਇਆ ਹੈ। ਸਿਆਣੇ ਇੱਕ ਸੁਆਦਲੀ ਜਿਹੀ ਕਹਾਣੀ ਸੁਣਾਉਂਦੇ ਹਨ। ਇੱਕ ਵਾਰੀ ਸ਼ਿਵ ਜੀ ਤੇ ਪਾਰਬਤੀ ਤੁਰੇ ਜਾ ਰਹੇ ਸਨ। ਦੁਪਹਿਰ ਦਾ ਵੇਲਾ ਸੀ, ਕੜਕਦੀ ਧੁੱਪ ਪੈ ਰਹੀ ਸੀ। ਇੱਕ ਬੜਾ ਹੀ ਕੰਗਾਲ ਮਨੁੱਖ ਧੁੱਪੇ ਘਾਹ ਖੋਤ ਰਿਹਾ ਸੀ। ਉਸ ਨੂੰ ਵੇਖ ਕੇ ਪਾਰਬਤੀ ਦੇ ਦਿਲ ਵਿੱਚ ਬੜਾ ਤਰਸ ਆਇਆ। ਸ਼ਿਵ ਜੀ ਨੂੰ ਆਖਣ ਲੱਗੀ, ਮਹਾਰਾਜ, ਇਸ ਗਰੀਬ ਦੀ ਸਹਾਇਤਾ ਕਰੋ, ਇਸ ਦੀ ਗਰੀਬੀ ਦੂਰ ਹੋਵੇ। ਸ਼ਿਵ ਜੀ ਨੇ ਉੱਤਰ ਦਿੱਤਾ ਕਿ ਮਨੁੱਖ ਆਪੋ ਆਪਣੇ ਕਰਮਾਂ ਅਨੁਸਾਰ ਦੁੱਖ ਸੁੱਖ ਭੋਗ ਰਹੇ ਹਨ, ਅਸੀਂ ਕਿਸ ਦੀ ਸਹਾਇਤਾ ਕਰਾਂਗੇ। ਪਰ ਪਾਰਬਤੀ ਨੇ ਉਸ ਗਰੀਬ ਕਹਾਈ ਦੀ
सहायता कराउण वास्ते हठ करी रखिया। तां शिव जी ने आख्या, चंगा, असां इस नूं 1000 रुपया दिता। ਇਹ ਗੱਲਬਾਤ ਕੋਲੋਂ ਲੰਘਦੇ ਇੱਕ ਸੂਮ ਸ਼ਾਹ ਨੇ ਸੁਣ ਲਈ। ਉਸਨੇ ਘਾਈ ਦੇ ਕੋਲ ਜਾ ਕੇ ਉਸ ਦਾ ਰੰਬਾ ਭੂੰ ਮੁੱਲ ਲੈਣ ਦੀ ਕੋਸ਼ਿਸ਼ ਕੀਤੀ। ਘਾਈ ਬੜਾ ਹੈਰਾਨ ਕਿ ਸ਼ਾਹ ਨੂੰ ਮੇਰੇ ਰੰਬੇ ਭੂਰੀ ਦੀ ਕੀ ਲੋੜ ਪੈ ਗਈ। ਉਧਰੋਂ ਸ਼ਾਹ ਨੂੰ ਫਿਕਰ ਕਿ ਗੱਲਾਂ ਵਿੱਚ ਹੀ ਵੇਲਾ ਨਾ ਖੁੰਝ ਜਾਏ। ਕਾਹਲੀ ਕਾਹਲੀ ਵਿੱਚ ਸੌਦਾ ਕਰਕੇ ਉਸ ਨੇ ਘਾਈ ਨੂੰ ਰੰਬੇ ਭੂਰੀ ਦਾ 500 ਰੁਪਇਆ ਦੇ ਦਿੱਤਾ। ਘਾਈ ਖੁਸ਼ੀ ਖੁਸ਼ੀ ਰੁਪਇਆ ਲੈ ਕੇ ਆਪਣੇ ਘਰ ਚਲਾ ਗਿਆ ਤੇ ਸ਼ਾਹ ਘਾਹ ਖੋਤਰਨ ਬੈਠ ਗਿਆ। ਸ਼ਿਵ ਜੀ ਦੇ ਉਸ ਵਾਰ ਅਨੁਸਾਰ 1000 ਰੁਪਇਆ ਉਡੀਕਣ ਵੀ ਲੱਗਾ। ਕਦੇ ਵਿਚਾਰੇ ਨੇ ਕੜਕਦੀ ਧੁੱਪ ਵਿੱਚ ਅਜਿਹੀ ਔਖੀ ਕਾਰ ਕੀਤੀ ਨਹੀਂ ਸੀ। ਤ੍ਰੇਹ ਨਾਲ ਵਿਆਕਲ ਹੋ ਉੱਠਿਆ। ਨਾਲ ਹੀ ਦਰਿਆ ਵਗਦਾ ਸੀ। ਪਾਣੀ ਪੀਣ ਚਲਾ ਗਿਆ। ਹੇਠਾਂ ਉੜ ਕੇ ਬੁੱਕ ਭਰਨ ਲੱਗਾ ਤਾਂ ਉਸਦੇ ਭਾਰ ਨਾਲ ਢਿੱਗ ਢਹਿ ਪਈ ਤੇ ਉਹ ਸ਼ਾਹ ਘੜਮ ਕਰਕੇ ਦਰਿਆ ਵਿੱਚ ਡਿੱਗ ਪਿਆ। ਅਗਾਂਹ ਕੰਢੇ ਤੋਂ ਇੱਕ ਰੁੱਖ ਢੱਠਾ ਪਿਆ ਸੀ। ਰੁੜਦੇ ਨੇ ਉਸ ਦੀਆਂ ਟਹਿਣੀਆਂ ਨੂੰ ਹੱਥ ਪਾ ਲਿਆ। ਇਤਨੇ ਨੂੰ ਲੱਕੜ ਦੀ ਇੱਕ ਗੇਲੀ ਰੁੜਦੀ ਉਸਦੇ ਕੋਲੋਂ ਦੀ ਲੰਘੀ। ਸ਼ਾਹ ਨੇ ਆਪਣੇ ਪੈਰਾਂ ਨਾਲ ਉਸ ਗੇਲੀ ਨੂੰ ਆਪਣੇ ਹੋਰ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਉਸਦਾ ਪੈਰ ਗੇਲੀ ਦੀ ਖੋੜ ਵਿੱਚ ਫਸ ਗਿਆ। ਰੁੜਦੀ ਗੇਲੀ ਸ਼ਾਹ ਨੂੰ ਵੀ ਨਾਲ ਰੋੜਨ ਲੱਗੀ। ਜੀ ਭਿਆਣੇ ਨੇ ਰੁੱਖ ਦੀਆਂ ਟਾਹਣੀਆਂ ਨੂੰ ਹੱਥਾਂ ਨਾਲ ਘੁੱਟ ਕੇ ਕਾਬੂ ਰੱਖਿਆ। ਅਜਬ ਬਿਪਤਾ ਦੇ ਮੂੰਹ ਫਸਿਆ। ਨਾ ਗੇਲੀ ਉਸ ਨੂੰ ਛੱਡੇ ਤੇ ਨਾ ਉਹ ਰੁੱਖ ਨੂੰ ਛੱਡੇ। ਇਸ ਫਾਹੀ ਵਿੱਚ ਫਸੇ ਹੋਏ ਦੇ ਕੋਲੋਂ ਦੀ ਸ਼ਿਵ ਜੀ ਤੇ ਪਾਰਬਤੀ ਲੰਘੇ। ਇਸ ਨੂੰ ਵੇਖ ਕੇ ਵੀ ਪਾਰਬਤੀ ਦੇ ਮਨ ਵਿੱਚ ਦਇਆ ਆਈ। ਆਖਣ ਲੱਗੀ, ਮਹਾਰਾਜ, ਇਸ ਦੁਖੀਏ ਨੂੰ ਬਚਾਓ। ਸ਼ਿਵ ਜੀ ਕਹਿਣ ਲੱਗੇ, ਪਾਰਬਤੀ, ਕਿਵੇਂ ਬਚਾਈਏ? ਅਸਾਂ ਕੋਈ ਟਕਸਾਲ ਤਾਂ ਨਹੀਂ ਲਾਈ ਹੋਈ ਕਿ ਹਰੇਕ ਕੰਗਾਲ ਨੂੰ ਤੇਰੇ ਕਹੇ ਰੁਪਏ ਵੰਡਦੇ ਜਾਈਏ। ਤੂੰ ਉਸ ਘਾਹੀ ਨੂੰ ਸਾਥੋਂ 1000 ਰੁਪਇਆ ਦਿਵਾਉਣ ਦਾ ਇਕਰਾਰ ਲਿਆ ਸੀ। ਇਹ ਆਦਮੀ ਸਿਰਫ 500 ਦੇ ਕੇ ਆਇਆ ਹੈ। ਬਾਕੀ ਦਾ 500 ਦੇਵੇ ਤਾਂ ਇਸ ਦੀ ਬਿਪਤਾ ਵਿੱਚੋਂ ਕੱਢ ਲੈਂਦੇ ਹਾਂ। ਮਤਲਬ ਇਹ ਕਿ ਜਿਤਨੀਆਂ ਮੱਲਾਂ ਅਸੀਂ ਮੱਲਦੇ ਜਾਵਾਂਗੇ, ਗੁਆਂਢੀਆਂ ਨੂੰ ਉਤਨਾ ਹੀ ਘਾਟਾ ਪੈਂਦਾ ਜਾਏਗਾ। ਧਰਤੀ ਤੇ ਧਰਤੀ ਦਾ ਧਨ ਤਾਂ ਉੱਡੇ ਕਿੱਡੇ ਹੀ ਰਹਿਣਗੇ। ਨਵੀਂ ਟਕਸਾਲ ਤਾਂ ਐਸੀ ਕੋਈ ਨਹੀਂ ਜਿੱਥੋਂ ਹਰੇਕ ਬੰਦਾ ਲੱਖਪਤੀ ਬਣਦਾ ਜਾਏ। ਵਟਾਂਦਰਾ ਹੀ ਹੁੰਦਾ ਰਹੇਗਾ। ਇੱਕ ਦੀ ਅਮੀਰੀ ਦੂਜੇ ਦੀ ਗਰੀਬੀ ਦਾ ਕਾਰਨ ਬਣਦੀ ਜਾਏਗੀ। ਜਿਤਨਾ ਕੋ ਇੱਕ ਬੰਦਾ ਘੱਟ ਮੱਲੇਗਾ, ਉਸੇ ਹਿਸਾਬ ਦੂਜੇ ਨੂੰ ਕੁਝ ਵਧੇਕ ਪ੍ਰਾਪਤੀ ਹੋ ਜਾਵੇਗੀ। ਸੋ ਦੁਨੀਆ ਦੀਆਂ ਮੱਲਾਂ ਮੱਲ ਕੇ ਜਾਇਦਾਦਾਂ ਬਣਾ ਕੇ ਮਨੁੱਖ ਨਿਰੀ ਆਤਮਕ ਮੌਤ ਹੀ ਨਹੀਂ ਖਰੀਦਦਾ। ਨਿਰਾ ਸੱਚਾਈ, ਪਿਆਰ, ਇਨਸਾਨੀ ਹਮਦਰਦੀ, ਦਇਆ, ਤਰਸ, ਇਮਾਨਦਾਰੀ, ਕੋਮਲਤਾ ਆਦਿਕ ਆਤਮਕ ਉਡਾਰੀ ਤੇ ਸੁੰਦਰਤਾ ਵਾਲੇ ਗੁਣ ਹੀ ਨਹੀਂ ਗਵਾਉਂਦਾ। ਇਹਨਾਂ ਮੱਲਾਂ ਮੱਲਣ ਵਿੱਚ ਰੁੱਝੇ ਰਹਿਣ ਦਾ ਇਹ ਨਤੀਜਾ ਵੀ ਨਿਕਲਦਾ ਹੈ ਕਿ ਮਨੁੱਖ ਮਾਇਆ ਇਕੱਠੀ ਕਰਨ ਵਿੱਚ ਜਿਤਨੀ ਵਧੇਕ ਸਫਲਤਾ ਹਾਸਲ ਕਰਦਾ ਹੈ, ਉਤਨੀ ਹੀ ਮਨੁੱਖ ਜਾਤੀ ਦੀ ਭਲਾਈ ਦੀ ਇਸ ਦੀ ਸੱਤਿਆ ਘਟਦੀ ਜਾਂਦੀ ਹੈ। ਸਗੋਂ ਧਨਾੜ ਦੀ ਧਨ ਬਹੁਲਤਾ ਗਰੀਬ ਨੂੰ ਹੋਰ ਵਧੇਕ ਗਰੀਬ ਬਣਾਉਣ ਦੀ ਦੁੱਖਦਾਈ ਸੱਟ ਮਾਰਦੀ ਜਾਂਦੀ ਹੈ। ਉਂਝ ਭਾਵੇਂ ਉਹ ਧਨਾੜ ਆਪਣੇ ਭਰਾਵਾਂ ਨੂੰ ਦੁੱਖ ਅਪੜਾਉਣ ਦੇ ਖਿਆਲ ਨੂੰ ਬੜਾ ਘਿਰਣਾ ਕਰਦਾ ਹੋਵੇ, ਨਿਰਾ ਹੀ ਨਹੀਂ, ਵਧੇਕ ਧਨੀ ਬਣਦੇ ਜਾਣ ਦੀ ਲਾਲਸਾ ਵਿੱਚ ਫਸਿਆ ਮਨੁੱਖ ਇਹ ਤਾਂਘ ਵੀ ਰੱਖ ਸਕਦਾ ਹੈ ਕਿ ਮੈਂ ਮਨੁੱਖ ਜਾਤੀ ਦੀ ਸੇਵਾ ਕਰਾਂ। ਸਾਇੰਸ ਦੀ ਸਹਾਇਤਾ ਨਾਲ ਲੱਭੀਆਂ ਨਵੀਆਂ ਕਾਢਾਂ ਵਰਤ ਕੇ ਆਪਣੇ ਭਰਾਵਾਂ ਲਈ ਹੋਰ ਸੁੱਖ ਦੇ ਸਾਧਨ ਪੈਦਾ ਕਰਾਂ, ਪਰ ਸੁਆਰਥ ਦੀ ਖੱਡ ਵਿੱਚ ਡਿੱਗੇ ਹੋਏ ਦਾ ਆਪਣਾ ਨਾ ਭਰੇ, ਕਿਸੇ ਹੋਰ ਅੱਗੇ ਕੀ ਧਰੇ। ਸੁਆਰਥ ਨਾਲ ਸੁੰਗੜੀ ਹੋਈ ਉਸ ਦੀ ਜਿੰਦ ਸਾਰੀ ਖਲਕਤ ਨੂੰ ਇੱਕ ਪ੍ਰਭੂ ਪਿਤਾ ਦੇ ਟੱਬਰ ਦੀ ਭਾਵਨਾ ਨਾਲ ਵੇਖ ਹੀ ਨਹੀਂ ਸਕਦੀ। ਧਨੀ ਹੋਣ ਦੀ ਲਾਲਸਾ ਇਸ ਸੁਆਰਥ ਦੀਆਂ ਨੀਹਾਂ ਨੂੰ ਹੋਰ ਡੂੰਘਾ ਕਰਦੀ ਜਾਏਗੀ ਤੇ ਜਾਤ ਭਰਾਵਾਂ ਦੀ ਸੇਵਾ ਦੀ ਤਾਂਘ ਹੁੰਦਿਆਂ ਵੀ ਇਸ ਤਾਂਘ ਨੂੰ ਵਰਤੋਂ ਵਿੱਚ ਲਿਆਉਣ ਵੱਲੋਂ ਉਹ ਬੇਵਸਾ ਹੀ ਰਹੇਗਾ, ਔਤਰਿਆ ਹੀ ਚੱਲਿਆ। ਲਾਲਚੀ ਮਨੁੱਖ ਦੀ ਇਸ ਤਰਸ ਭਰੀ ਅਨਾਥ ਆਤਮਕ ਦਸ਼ਾ ਦੀ ਤਸਵੀਰ ਖਿੱਚਦੇ ਹੋਏ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਹਨ ਕਿ ਮਾਇਆ ਵਿਹੜੇ ਮਨੁੱਖ ਕਿਰਸਾਨ ਦੀ ਉਮਰ 2 ਫਸਲਾਂ ਤਿਆਰ ਕਰਨ ਵਿੱਚ ਲੰਘਦੀ ਹੈ। ਰਾਤ ਉਸ ਦੀ ਸਾਵਣੀ ਫਸਲ ਹੈ ਜਦੋਂ ਉਹ ਕਾਂ ਵਾਸ਼ਨਾ ਦੀ ਖੇਤੀ ਕਰਦਾ ਹੈ। ਦਿਨ ਉਸ ਦੀ ਹਾੜੀ ਦੀ ਫਸਲ ਹੈ
ਜਦੋਂ ਵਧੀਕ ਧਨੀ ਬਣਨ ਲਈ ਦੌੜ ਭੱਜ ਕਰਦਾ ਕਰਦਾ ਖਿੱਝ ਖਿੱਝ ਕੇ ਕ੍ਰੋਧ ਦੀ ਖੇਤੀ ਕਰਦਾ ਹੈ। ਲਾਲਚ ਦਾ ਵੱਤਰ ਉਸ ਨੂੰ ਝੂਠ ਫਰੇਬ ਦਾ ਬੀਜ ਬੀਜਣ ਤੇ ਮਜਬੂਰ ਕਰਦਾ ਰਹਿੰਦਾ ਹੈ। ਮਾਇਆ ਦਾ ਮੋਹ ਉਸ ਨੂੰ ਉਦਮੀ ਹਾਲੀ ਬਣਾਉਂਦਾ ਜਾਂਦਾ ਹੈ। ਨਿਤ ਵਿਕਾਰ ਬੁਰਾਈ ਚਿਤਵਦੇ ਰਹਿਣ ਦਾ ਹਲ ਉਸ ਦੇ ਹੱਥ ਵਿੱਚ ਫੜਿਆ ਰਹਿੰਦਾ ਹੈ ਤੇ ਆਖਰ ਉਹ ਵਿਕਾਰਾਂ ਦਾ ਹੀ ਬੋਲ ਇਕੱਠਾ ਕਰ ਲੈਂਦਾ ਹੈ। ਬਸ ਇਹੀ ਉਸ ਦੀ ਖੱਟੀ ਕਮਾਈ ਹੁੰਦੀ ਹੈ। ਜਦੋਂ ਜਗਤ ਤੋਂ ਤੁਰਨ ਲੱਗਾ ਵੇਖਦਾ ਹੈ ਕਿ ਗਰੀਬਾਂ ਦੇ ਲਹੂ ਨਹਾ ਨਹਾ ਕੇ ਅਨੇਕਾਂ ਠੱਗੀਆਂ ਫਰੇਬ ਕਰਕੇ ਕਮਾਈ ਹੋਈ ਦੌਲਤ ਤਾਂ ਇੱਥੇ ਹੀ ਰਹਿ ਚੱਲੀ ਹੈ, ਤਦੋਂ ਆਪਣੀ ਜੀਵਨ ਕਮਾਈ ਦੇ ਲੇਖੇ ਵਿੱਚੋਂ ਆਤਮਿਕ ਗੁਣਾਂ ਦੀ ਭਾਲ ਕਰਦਾ ਹੈ। ਪਰ ਉਸ ਨੂੰ ਬੇਵਕਤੇ ਪਤਾ ਲੱਗਦਾ ਹੈ ਕਿ ਆਤਮਿਕ ਗੁਣਾਂ ਦੀ ਸੰਤਾਨ ਵੱਲੋਂ ਤਾਂ ਉਹ ਔਂਤਰਿਆ ਹੀ ਚੱਲਿਆ ਹੈ। ਸਾਹਿਬ ਫਰਮਾਉਂਦੇ ਹਨ, ਸਾਵਣ ਰਾਤ ਅਹਾੜ ਦਿਨ, ਕਾਮ ਕ੍ਰੋਧ ਦੋਇ ਖੇਤ, ਲੱਭ ਵੱਤਰ ਦਰੋਗ ਬਿਓ, ਹਾਲੀ ਰਾਹ ਕਹੇਤ, ਹਾਲ ਵਿਚਾਰ ਵਿਕਾਰ ਮਨ, ਹੁਕਮੀ ਖੱਟੇ ਖਾਏ, ਨਾਨਕ ਲੇਖੇ ਮੰਗਿਆ ਔਤ ਜਣੇਂਦਾ ਜਾਏ। ਰਾਮਕਲੀ ਕੀ ਵਾਰ ਮਹੱਲਾ ਤੀਜਾ। ਆਤਮਿਕ ਜੀਵਨ ਮੌਤ ਸਮਾਜ ਉੱਤੇ ਵੀ। ਹੁਣ ਤੱਕ ਅਸੀਂ ਸ਼ਖਸੀ ਤੌਰ 'ਤੇ ਇਨਸਾਨ ਵਾਸਤੇ ਆਤਮਿਕ ਜੀਵਨ ਦੀ ਵਿਚਾਰ ਕਰਦੇ ਰਹੇ ਹਾਂ, ਪਰ ਇਹ ਵਿਚਾਰ ਇੱਥੇ ਹੀ ਨਹੀਂ ਮੁੱਕ ਸਕਦੀ। ਆਤਮਿਕ ਜੀਵਨ ਮੌਤ ਦਾ ਨਿਯਮ ਇਨਸਾਨੀ ਭਾਈਚਾਰੇ, ਸਮਾਜ, ਕੌਮ ਉੱਤੇ ਵੀ ਉਸੇ ਤਰ੍ਹਾਂ ਆਪਣਾ ਪ੍ਰਭਾਵ ਪਾਉਂਦਾ ਹੈ ਜਿਵੇਂ ਇਕੱਲੇ ਮਨੁੱਖ ਉੱਤੇ। ਕੌਮ, ਸਮਾਜ, ਬਰਾਦਰੀ ਵਿੱਚ ਵੀ ਸੱਚਾਈ, ਪਿਆਰ, ਦਇਆ, ਤਰਸ, ਇਮਾਨਦਾਰੀ, ਕੋਮਲਤਾ ਆਦਿਕ ਆਤਮਿਕ ਉਡਾਰੀ ਤੇ ਸੁੰਦਰਤਾ ਵਾਲੇ ਗੁਣ ਮੌਜੂਦ ਹੋਣੇ ਚਾਹੀਦੇ ਹਨ। ਕੌਮਾਂ ਵਿੱਚ ਵੀ ਜਿਉਂਦਾ ਆਤਮਿਕ ਜੀਵਨ ਚਾਹੀਦਾ ਹੈ। ਮਨੁੱਖਾਂ ਦੇ ਸਾਂਝੇ ਇਕੱਠ ਜਾਂ ਸਮਾਜ ਵਿੱਚ ਵੀ ਉਹੀ ਸੱਚੇ ਖਿਆਲ ਤੇ ਕਰਤੱਵ ਹੋਣੇ ਚਾਹੀਦੇ ਹਨ ਜੋ ਇਕੱਲੇ ਮਨੁੱਖ ਵਿੱਚ। ਪਰ ਉਸ ਕੌਮ ਦੀ ਖੱਟੀ ਕਮਾਈ ਬਾਰੇ ਕੀ ਆਖੋਗੇ ਜਿਸ ਨੇ ਆਪਣਾ ਰਾਜ ਤਾਂ ਸਾਰੀ ਧਰਤੀ ਉੱਤੇ ਕਾਇਮ ਕਰ ਲਿਆ ਪਰ ਆਪਣੀ ਆਤਮਾ ਗਵਾ ਲਈ। ਧਰਤੀ ਉੱਤੇ ਇਸ ਵੇਲੇ ਮਨੁੱਖ ਜਾਤੀ ਦੇ ਦੋ ਧੜੇ ਬਣਦੇ ਜਾ ਰਹੇ ਹਨ। ਇੱਕ ਧੜਾ ਅਮੀਰਾਂ ਜਗੀਰਦਾਰਾਂ ਦਾ ਹੈ ਜੋ ਹਰ ਹਾਲਤ ਵਿੱਚ ਆਪਣਾ ਧਨ, ਆਪਣੀ ਜ਼ਮੀਨ, ਆਪਣੇ ਹੱਕ ਸਾਂਭ ਸਿੱਤਰ ਕੇ ਰੱਖਣਾ ਚਾਹੁੰਦਾ ਹੈ। ਜੇ ਇਸ ਧੜੇ ਨੇ ਇਸ ਦੌੜ ਭੱਜ ਵਿੱਚ ਇਮਾਨਦਾਰੀ, ਇਨਸਾਫ, ਪਿਆਰ, ਇਨਸਾਨੀ ਹਮਦਰਦੀ, ਤਰਸ, ਸੱਚਾਈ, ਸ਼ਰਾਫਤ ਆਦਿਕ ਵਾਲੇ ਆਤਮਿਕ ਗੁਣ ਗਵਾ ਲਏ ਤਾਂ ਸਾਰੀ ਧਰਤੀ ਦੇ ਭੋਏ ਤੇ ਧਨ ਮਲ ਕੇ ਵੀ ਇਸ ਧੜੇ ਨੇ ਖੱਟਿਆ ਅਸਲ ਵਿੱਚ ਕੁਝ ਵੀ ਨਾ। ਇਸ ਨੇ ਆਪਣੇ ਲਈ ਵੀ ਆਤਮਿਕ ਮੌਤ ਸਹੇੜ ਲਈ, ਆਪਣੀ ਸਾਰੀ ਕੌਮ ਨੂੰ ਵੀ ਆਤਮਿਕ ਮੌਤੇ ਮਾਰ ਦਿੱਤਾ। ਦੂਜਾ ਗਰੀਬ ਧੜਾ ਹੈ, ਮਜ਼ਦੂਰਾਂ ਗਰੀਬਾਂ ਦਾ। ਇਹ ਧੜਾ ਮੱਲਾਂ ਮੱਲਣ ਵਾਲੇ ਸਰਮਾਏ ਜਗੀਰਦਾਰ ਧੜੇ ਨਾਲ ਟੱਕਰ ਲੈ ਕੇ ਆਪਣੇ ਜਿਉਂਦੇ ਰਹਿਣ ਲਈ ਹੱਕ ਤੇ ਗੁੰਜਾਇਸ਼ ਮੰਗਦਾ ਹੈ। ਇਹ ਘੋਲ ਕੋਈ ਸੌਖਾ ਤੇ ਛੇਤੀ ਮੁੱਕਣ ਵਾਲਾ ਘੋਲ ਨਹੀਂ ਹੈ ਤੇ ਜੇ ਇਸ ਟੱਕਰ ਵਿੱਚ ਇਸ ਧੜੇ ਨੇ ਵੀ ਦਇਆ, ਖਿਮਾ, ਪਿਆਰ, ਸੱਭਿਅਤਾ, ਹਮਦਰਦੀ ਆਦਿਕ ਵਾਲੇ ਆਤਮਿਕ ਗੁਣਾਂ ਨੂੰ ਪਿੱਠ ਦੇ ਦਿੱਤੀ ਤਾਂ ਇਹ ਵੀ ਆਪਣੇ ਆਦਰਸ਼ ਨੂੰ ਵੱਟਾ ਲਾ ਦੇਵੇਗਾ ਤੇ ਸਾਰੀ ਮਨੁੱਖ ਜਾਤੀ ਨੂੰ ਰਸਾਤਲ ਵਿੱਚ ਡੇਗ ਦੇਵੇਗਾ। ਭਾਵੇਂ ਇਹ ਸਰਮਾਏਦਾਰ ਦੇ ਟਾਕਰੇ ਤੇ ਆਪਣਾ ਦੁਨਿਆਵੀ ਮਨੋਰਥ ਸਿੱਧ ਵੀ ਕਰ ਲਏ। ਚੋਣ ਘੋਲ ਦੀ ਜਿੱਤੀ ਮਾਲੀ। ਸ਼ਖਸੀ ਹਕੂਮਤ ਦਾ ਸਮਾਂ ਧਰਤੀ ਤੋਂ ਲੰਘ ਚੁੱਕਿਆ ਹੈ। ਹੁਣ ਲੋਕ ਰਾਜ ਨੂੰ ਪਸੰਦ ਕੀਤਾ ਜਾਂਦਾ ਹੈ। ਚੋਣਾਂ ਹੋਣ ਵੇਲੇ ਵੱਖੋ ਵੱਖ ਧੜੇ ਆਪਣੀ ਆਪਣੀ ਜਿੱਤ ਲਈ ਜ਼ੋਰ ਲਾਉਂਦੇ ਹਨ। ਜਨਤਾ ਵਿੱਚ ਆਈ ਹੋਈ ਇਹ ਜਾਗ ਮਾੜੀ ਨਹੀਂ, ਪਰ ਪੰਜਾਬ ਅਸੈਂਬਲੀ ਦੀਆਂ ਪਿਛਲੀਆਂ 2 ਚੋਣਾਂ ਤੋਂ ਇਉਂ ਜਾਪ ਰਿਹਾ ਸੀ ਕਿ ਹਰੇਕ ਧੜਾ ਚੋਣ ਵਿੱਚ ਕਾਮਯਾਬੀ ਨੂੰ ਹੀ ਆਪਣੀ ਹਸਤੀ ਤੇ ਰਾਸ ਪੂੰਜੀ ਸਮਝ ਰਿਹਾ ਸੀ। ਇਸ ਗੱਲ ਦੀ ਰਤਾ ਪ੍ਰਵਾਹ ਨਹੀਂ ਸੀ ਕੀਤੀ ਗਈ ਕਿ ਇਸ ਸਫਲਤਾ ਵਾਸਤੇ ਜੋ ਤਰੀਕੇ ਵਰਤੇ ਜਾ ਰਹੇ ਹਨ ਉਹ ਆਤਮਿਕ ਜੀਵਨ ਨੂੰ ਜਿਉਂਦਾ ਰੱਖਣ ਲਈ ਹਨ ਜਾਂ ਕੌਮ ਨੂੰ ਆਤਮਿਕ ਮੌਤੇ ਮਾਰਨ ਵਾਸਤੇ ਹਨ। ਜਿਹੜਾ ਧੜਾ ਚੋਣ ਘੋਲਾਂ ਵਿੱਚ ਸਾਰੀਆਂ ਹੀ ਮਾਲੀਆਂ ਜਿੱਤ ਲੈਂਦਾ ਹੈ ਪਰ ਇਸ ਜਿੱਤ ਦੇ ਵੱਟੇ ਸੱਚਾਈ, ਇਨਸਾਫ, ਇਮਾਨਦਾਰੀ ਆਦਿਕ ਗੁਣ ਵੇਚ ਕੇ ਬੈਠਦਾ ਹੈ, ਕਮਜ਼ੋਰਾਂ ਤੇ ਗਰੀਬਾਂ ਨੂੰ ਖੀਰਾਂ, ਕੜਾਹ, ਮਾਸ, ਸ਼ਰਾਬ ਜਾਂ ਨਗਦੀ ਦੇ ਕੇ ਉਹਨਾਂ ਤੋਂ ਪਰਚੀ ਖਰੀਦਦਾ ਹੈ। ਚੋਣ ਘੋਲ ਨੂੰ ਜਿੱਤਣ ਦੀ ਖਾਤਰ ਆਪਣੇ ਤੋਂ ਤਕੜਿਆਂ ਤੇ ਧਨਾਢਾਂ ਅੱਗੇ ਚੁਫਾਲ ਡਿੱਗ ਕੇ
ਲਿਲੜੀਆਂ ਲੈਂਦਾ ਹੈ। ਚੋਣ ਘੋਲ ਵੇਲੇ ਸਾਰੇ ਧਾਰਮਿਕ ਤੇ ਭਾਈਚਾਰਕ ਅਸੂਲ ਛਿੱਕੇ ਉੱਤੇ ਟੰਗ ਦਿੰਦਾ ਹੈ। ਕਿਸੇ ਠੱਗੀ ਫਰੇਬ ਝੂਠ ਆਦਿਕ ਤੋਂ ਸੰਕੋਚ ਨਹੀਂ ਕਰਦਾ। ਮੁੱਕਦੀ ਗੱਲ, ਜੋ ਧੜਾ ਚੋਣ ਜਿੱਤਣ ਲਈ ਆਪਣੀ ਆਤਮਾ ਦਾ ਖੂਨ ਕਰ ਦਿੰਦਾ ਹੈ, ਉਸ ਨੂੰ ਜੇਤੂ ਨਾ ਸਮਝੋ। ਅਸਲ ਵਿੱਚ ਚੋਣ ਘੋਲ ਦੀ ਜਿੱਤੀ ਹੋਈ ਮਾਲੀ ਉਸ ਨੂੰ ਜਿੱਤ ਕੇ ਮੂੰਹ ਭਾਰ ਸੁੱਟ ਦਿੰਦੀ ਹੈ। ਉਹ ਧੜਾ ਆਪਣੇ ਆਦਰਸ਼ ਵਿੱਚ ਦੀ ਭਲੀ ਅੰਸ਼ ਨੂੰ ਮਾਰ ਮੁਕਾਉਂਦਾ ਹੈ ਤੇ ਮਨੁੱਖ ਜਾਤੀ ਦੀ ਉੱਨਤੀ ਦੇ ਰਾਹ ਵਿੱਚ ਰੋਕ ਖੜੀ ਕਰ ਦਿੰਦਾ ਹੈ। ਆਤਮਿਕ ਜੀਵਨ ਤੇ ਆਤਮਿਕ ਮੌਤ ਦਾ ਟਾਕਰਾ। ਉਹ ਜਿੱਤ ਕੌਡੀ ਮੁੱਲ ਦੀ ਵੀ ਨਹੀਂ ਪਾਉਂਦੀ ਜਿਸ ਦੀ ਖਾਤਰ ਆਤਮਾ ਗਵਾ ਜਾਏ। ਅਸਲੀ ਜਿੱਤ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦੀ ਆਤਮਾ ਜਿਉਂਦੀ ਰਹਿੰਦੀ ਹੈ, ਜੋ ਇਸ ਦੌੜ ਭੱਜ ਵੇਲੇ ਸੱਚਾਈ, ਇਨਸਾਫ, ਪਿਆਰ, ਤਰਸ, ਦਇਆ, ਇਮਾਨਦਾਰੀ, ਭਲਮਾਨਸੀ ਆਦਿਕ ਗੁਣਾਂ ਨੂੰ ਲਾਜ ਨਹੀਂ ਲੱਗਣ ਦਿੰਦੇ। ਇਸੇ ਹੀ ਆਤਮਿਕ ਜੀਵਨ ਤੇ ਆਤਮਿਕ ਮੌਤ ਦਾ ਟਾਕਰਾ ਕਰਕੇ ਸਾਹਿਬ ਗੁਰੂ ਅਰਜਨ ਸਾਹਿਬ ਜੀ ਨੇ ਫਰਮਾਇਆ ਹੈ ਕਿ ਪਰਮਾਤਮਾ ਦੀ ਯਾਦ ਕਾਇਮ ਰੱਖ ਕੇ ਜੇ ਕੁੱਲੀ ਵਿੱਚ ਦਿਨ ਕੱਟਣੇ ਪੈਣ ਤਾਂ ਉਹਨਾਂ ਮਹੱਲਾਂ ਨਾਲੋਂ ਚੰਗੀ ਹੈ ਜਿੱਥੇ ਰੱਬ ਵਿਸਰ ਜਾਏ। ਜੇ ਗਰੀਬੀ ਵਿੱਚ ਪ੍ਰਭੂ ਚੇਤੇ ਰਹਿ ਸਕੇ ਤਾਂ ਇਹ ਗਰੀਬੀ ਉਸ ਮਾਣ ਵਡਿਆਈ ਨਾਲੋਂ ਭਲੀ ਹੈ ਜੋ ਮਾਇਆ ਵਿੱਚ ਖਚਤ ਕਰੀ ਰੱਖੇ। ਤ੍ਰਿਸ਼ਨਾ ਵਧਾਈ ਜਾਣ ਵਾਲੇ ਰਾਜ ਨਾਲੋਂ ਚੱਕੀ ਪੀ ਕੇ ਗੁਜ਼ਾਰਾ ਕਰ ਲੈਣਾ ਚੰਗਾ ਹੈ ਜੇ ਮਨ ਸੰਤੋਖੀ ਰਹਿ ਸਕੇ। ਮਾਇਆ ਦਾ ਲੋਭ ਤੇਜ਼ ਕਰਨ ਵਾਲੇ ਰੇਸ਼ਮੀ ਤੇ ਪੱਟ ਦੇ ਬਸਤਰਾਂ ਨਾਲੋਂ ਨੰਗੇ ਪਿੰਡੇ ਉਮਰ ਗੁਜ਼ਾਰ ਲੈਣੀ ਸ਼ੋਭਨੀਕ ਹੈ ਜੇ ਪਰਮਾਤਮਾ ਨਾਲ ਪਿਆਰ ਬਣਿਆ ਰਹਿ ਸਕੇ। ਸੂਹੀ ਮਹੱਲਾ ਪੰਜਵਾਂ। ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਿਤ ਹੀ ਕਾਮ ਨਾ ਧੁਲ ਹਰ, ਜਿਤ ਹਰ ਬਿਸਰਾਏ ਰਹਾ। ਆਨੰਦ ਗਰੀਬੀ ਸਾਧ ਸੰਗ, ਜਿਤ ਪ੍ਰਭ ਚਿਤ ਆਏ, ਜਲ ਜਾਓ ਇਹ ਬਟਪਣਾ ਮਾਇਆ ਲਪਟਾਏ। ਪੀਸਨ ਪੀਸ ਊਂਡ ਕਾਮਰੀ, ਸੁਖ ਮਨ ਸੰਤੋਖ ਆਏ, ਐਸੋ ਰਾਜ ਨਾ ਕਿਤੇ ਕਾਜ, ਜਿਤ ਨਹਿ ਤ੍ਰਿਪਤਾਏ। ਨਗਨ ਫਿਰਤ ਰੰਗ ਏਕ ਕੈ ਹੋ ਸ਼ੋਭਾ ਪਾਏ, ਪਾਟ ਪਟੰਬਰ ਬਿਰਥਿਆ ਜਿਹ ਰਚ ਲੋਭ ਆਏ। ਮਾਇਆ ਗ੍ਰਸੇ ਜੀਵਨ ਨੂੰ ਅਕਾਰਥ ਦੱਸ ਕੇ ਅਖੀਰ ਤੇ ਹਜੂਰ ਪਰਮਾਤਮਾ ਪਾਸੋਂ ਉਸ ਦੀ ਜਾਤ ਦੀ ਦਾਤ ਮੰਗਦੇ ਹਨ। ਸਭ ਕਿਛ ਤੁਮਰੇ ਹਾਥ ਪ੍ਰਭ, ਆਪ ਕਰੇ ਕਰਾਏ, ਸਾਸ ਸਾਸ ਸਿਮਰਤ ਰਹਾ, ਨਾਨਕ ਦਾਨ ਪਾਏ। ਕਿਤਾਬ ਸਿੱਖ ਸਿਦਕ ਨਾ ਹਾਰੇ। ਲੇਖਕ ਪ੍ਰੋਫੈਸਰ ਸਾਹਿਬ ਸਿੰਘ। ਭਾਗ ਤੀਜਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।